KRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:37 ਹੋਏ ਨੇ। ਸੋਮਵਾਰ ਦਾ ਦਿਨ ਹੈ, ਵਰਾ 2021 ਦਾ ਤੇ 1 ਨਵੰਬਰ। ਉਧਰੋਂ 16 ਕੱਤਕ ਹੈ ਤੇ ਨਾਨਕ ਸ਼ਮਤ 553 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸੱਚ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਤੇ ਸ਼ਹੀਦ ਭਾਈ ਕੇਰ ਸਿੰਘ, ਉਹਨਾਂ ਦੀ ਜ਼ਿੰਦਗੀ ਦੇ ਤੇ ਉਹਨਾਂ ਦੇ ਕਾਰਨਾਮੇ, ਕੁਛ ਅਲੱਗ ਜੀ ਜਾਣਕਾਰੀ ਤੁਹਾਡੇ ਸਨਮੁਖ ਹੋਏਗੀ। ਸ਼ਾਮਲ ਹੋਣਾ ਤੁਸੀਂ ਆਪਣੇ ਵੱਲੋਂ ਵੀ ਸਿਜਦਾ ਕਰਨਾ ਬਹੁਤ ਵੱਡਾ ਹੈ। ਇੱਕ ਉਹਨਾਂ ਦਾ ਮੁਕਾਮ ਹੈ ਸਾਡੀ ਕੌਮ ਦੇ ਵਿੱਚ, ਯਾਦ ਕੀਤਾ ਜਾਏਗਾ ਉਹਨਾਂ ਨੂੰ। ਤੇ 144 247 1550 ਆਨ 에ਅਰ ਨੰਬਰ ਹੈ 184424711550। ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ, ਡੈਣ ਸਰਾਲ ਚੋਰ ਜਿਉ ਸਰਕੀ ਲੈ ਕੇ ਘੋਰ ਪਿਆਸਾਂ। ਹੱਥ ਬੇਅੰਤ ਸਮੇਂ ਦੇ ਡਾਢੇ ਕੌਣ ਕਪੱਤੀਆਂ ਡੈਣਾ, ਲਹੂ ਸ਼ਹੀਦ ਦਾ ਲਟ ਲਟ ਬਲਿਆ ਕਾਲ ਦੇ ਕੁੱਲ ਅਗਾਸਾਂ। ਮੇਰੇ ਸ਼ਹੀਦ ਮਾਹੀ ਦੇ ਦਿਨ ਤੂੰ ਸੁਣੀ ਕਪੱਤੀਏ ਨਾਰੇ, ਕੌਮ ਮੇਰੀ ਦੇ ਬੱਚੜ ਭੋਲੇ ਡੂੰਗੀ ਨੀਂਦ ਚ ਮਾਰੇ। ਜੋ ਜਰਨੈਲ ਮਾਹੀ ਦੇ ਦਰ ਤੇ ਪਹਿਰੇਦਾਰ ਪੁਰਾਣਾ, ਮਹਾਬਲੀ ਸਮੇਂ ਤੇ ਬੈਠਾ ਉਹ ਸਵਾਰ ਨਾ ਹਾਰੇ। ਨੀਂਦ ਚ ਨੀਂਦ ਜਹੇ ਬੱਚੜ ਖਾਵੇਂ ਸੁਣ ਬੇਕਿਰਕ ਚੜੇਲੇ, ਸਮਾਂ ਪੁਰਸਲਾਤ ਜਿਉਂ ਹੇਠਾਂ ਦਗੇਬਾਜ਼ ਨੇ ਮੇਲੇ। ਸੁੱਟ ਦੇਵਗਾ ਕੀਟ ਜਿਉਂ ਤੈਨੂੰ ਕਹਿਰ ਬੇਅੰਤ ਦਾ ਝੁੱਲੇ, ਤੋੜ ਤੇਰੇ ਰਾਜ ਦੇ ਬੂਹੇ ਨਰਕ ਨੇਰ ਵਿੱਚ ਠੇਲੇ। ਕਟਕ ਅਖਰ ਤਕਣਾ ਦੇ ਧਮਕੇ ਹਰ ਮੰਦਰ ਦੇ ਬੂਹੇ, ਮੀਆਂ ਮੀਰ ਦਾ ਖੂਨ ਵੀਟ ਕੇ ਕਰੇ ਸਰੋਵਰ ਸੂਹੇ। ਦੂਰ ਸਮੇਂ ਦੇ ਗਰਭ ਚ ਸੁੱਤੇ ਬੀਜ ਮਾਸੂਮ ਬਣਾ ਦੇ, ਲੂਣ ਹਰਾਮ ਦੀ ਨਜ਼ਰ ਪੈਂਦਿਆਂ ਗਏ ਪਲਾਂ ਵਿੱਚ ਸਲੂਹੇ। ਨਾਰ ਸਰਾਲ ਸਰਕਦਾ ਘੇਰਾ ਹਰ ਮੰਦਰ ਨੂੰ ਪਾਇਆ, ਰਿਜ਼ਕ ਫਕੀਰਾਂ ਵਾਲਾ ਸੁੱਚਾ ਆ ਤਕਦੀਰ ਜਲਾਇਆ। ਬੁੱਤ ਪੂਜਾਂ ਦੇ ਸੀਨੇ ਦੇ ਵਿੱਚ ਫਫੇ ਕੁੱਟਣੀ ਸੁੱਤੀ, ਜਿਸ ਦੀ ਵਿਸ ਨੂੰ ਭਸਮ ਕਰਨ ਲਈ ਤੀਰ ਬੇਅੰਤ ਦਾ ਆਇਆ। ਘਾਲ ਹੋਏ ਹਰ ਮੰਦਰ ਕੋਲੋਂ ਕਿਹੜਾ ਬੇਅੰਤ ਨੂੰ ਪਈਆਂ, ਤੱਤੀ ਤਵੀ ਦੇ ਵਾਂਗ ਦੁਪਹਿਰਾ ਨਾਲ ਨਾਲ ਬਲ ਰਹੀਆਂ। ਮੀਆਂ ਮੀਰ ਦੇ ਸੁਪਨੇ ਦੇ ਵਿੱਚ ਵਗੇ ਪਈ ਰਾਵੀ, ਵਹਿਣ ਚ ਹੱਥ ਉੱਠੇ ਸਭ ਲਹਿਰਾਂ, ਉੱਲਰ ਬੇਅੰਤ ਤੇ ਪਈਆਂ। ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ, ਡੈਣ ਸਰਾਲ ਚੋਰ ਜਿਉਂ ਸਰਕੀ ਲੈ ਕੇ ਘੋਰ ਪਿਆਸਾਂ। ਸਰਦਾਰ ਹਰਿੰਦਰ ਸਿੰਘ ਮਹਿਬੂਬ ਨੇ ਲਿਖਿਆ। ਧੰਨਵਾਦ ਸਾਰਿਆਂ ਦਾ। ਸ਼ਹੀਦਾਂ ਨੂੰ ਯਾਦ ਕਰਾਂਗੇ ਸਾਰੇ ਸ਼ੋਅ ਦੇ ਵਿੱਚ। ਸੁਨੇਹਾ ਦੇ ਦਿਆਂ ਪਹਿਲਾਂ ਐਡਵਰਟਾਈਜ਼ਰਸ ਦਾ, ਫਿਰ ਵਿੱਚ ਕਈ ਵਾਰ ਭੁੱਲ ਜਾਂਦਾ। ਸਰੀ ਦਾ ਤਾਜ, ਗ੍ਰੈਂਡ ਤਾਜ 604 599 4342। ਅੱਜ ਮੈਂ ਤੁਹਾਨੂੰ ਕੁਝ ਵੀਡੀਓ ਕਲਿਪਸ, ਆਡੀਓ ਕਲਿਪਸ ਜਿਹੜੇ ਨੇ ਉਹ ਰਨ ਕਰਨੇ ਨੇ। ਆਪਾਂ ਤਾਂ ਗੱਲਾਂ ਕਰਦੇ ਰਹੇ, ਸੁਣਿਓ ਫਿਰ ਉਸ ਮੰਡਲ ਦੀ ਜਿਹੜੀ ਸੁਰਤ ਹੈ ਉਹ ਕੀ ਸੀ। ਬਸ ਤੁਸੀਂ ਇਹਨੂੰ ਇਮੈਜੀਨੇਸ਼ਨ ਕਰ ਸਕਦੇ ਹੋ। ਆਮ ਨਾਸ਼ਵਾਨ ਬੰਦਾ ਜਿਹੜਾ ਤੁਹਾਡੇ ਮੇਰੇ ਵਰਗਾ ਕਪਟੀ ਤੇ ਕਲਯੁਗੀ ਜਿਹੜਾ ਤੁਰਿਆ ਫਿਰਦਾ ਹੈ, ਉਹਨੂੰ ਸ਼ਹੀਦ ਦੇ ਸੁਰਤ ਦਾ, ਸ਼ਹੀਦ ਦੀ ਉਸ ਮੰਡਲਾਂ ਦੀ ਅਡਾਰੀ ਦਾ, ਤੁਸੀਂ ਮੈਂ ਆਪਾਂ ਪਰਾਂ ਦੇ ਬੰਦੇ ਆ, ਆਪਣੇ ਬਸ ਦੀ ਗੱਲ ਨਹੀਂ। ਇਹਨਾਂ ਯੋਧਿਆਂ ਨੂੰ ਯਾਦ ਕਰਨ ਵਾਲੇ ਵੀ ਅੱਜ ਬਹੁਤ ਵੱਡੀ ਲਾਈਨ 'ਚ ਨੇ। ਉਹ ਵੀ ਨੇ ਜਿਹੜੇ ਇਸ ਨੂੰ ਆਧਾਰ ਬਣਾ ਕੇ ਆਪਣੇ ਆਕਿਆਂ ਨੂੰ ਖਬਰਾਂ ਭੇਜਣਗੇ ਵੀ ਆ ਦੇਖੋ ਜੀ ਕੀ ਕਰ ਰਹੇ ਨੇ, ਕੀ ਹੋ ਰਿਹਾ। ਉਹਨਾਂ ਨੂੰ ਵੀ ਮੁਬਾਰਕ। ਤੇ ਅਸੀਂ ਆਪਣੀ ਲਾਈਨ ਦੇ ਵਿੱਚ ਖੜ ਕੇ ਮਾਣ ਮਹਿਸੂਸ ਕਰਨ ਵਾਲੇ ਆ। ਇਦੋਂ ਵੱਡਾ ਕੁਛ ਨਹੀਂ ਹੈ। ਇਹ ਸਾਡੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਸ਼ਹੀਦ ਨੇ। ਕੌਮ ਨੂੰ ਹੁਕਮ ਹੈ ਇਹਨਾਂ ਆਪਣੇ ਯੋਧਿਆਂ ਨੂੰ ਯਾਦ ਕੀਤਾ ਜਾਵੇ। ਜਿਹਨੇ ਯਾਦ ਕਰਨਾ ਉਹ ਯਾਦ ਕਰਨ, ਜਿਹਨਾਂ ਨੇ ਨਹੀਂ ਯਾਦ ਕਰਨਾ, ਆਪੋਜੀਸ਼ਨ 'ਚ ਲੈ ਕੇ ਜਾਣਾ, ਉਹ ਆਪੋਜੀਸ਼ਨ 'ਚ ਜਾਣ। ਉਹਨਾਂ ਦੀਆਂ ਆਪਣੀਆਂ ਡਿਊਟੀਆਂ ਨੇ, ਸਾਡੀਆਂ ਆਪਣੀਆਂ ਡਿਊਟੀਆਂ। ਕੱਲ ਗੁਰੂ ਕਿਰਪਾ ਦੇ ਨਾਲ ਸਰਬੱਤ ਦੀ ਭਲਾ ਟੀਮ ਨੇ ਫਿਰ ਸੇਵਾ ਕੀਤੀ ਤੇ ਬਲਜਿੰਦਰ ਸਿੰਘ ਸੰਘਾ ਤੇ
ਤਾਜ ਗਿੱਲ, ਲਾਲੀ ਬਸਰਾ, ਤਜਿੰਦਰ ਜੰਜੂਆ, ਭੁਪਿੰਦਰ ਸਿੰਘ ਧਾਲੀਵਾਲ, ਗੁਰਨੇਕ ਸਿੰਘ ਮਾਨ, ਗੁਰਵੀਰ ਸਿੰਘ ਸਿੱਧੂ, ਸੰਦੀਪ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਸੇਖੋਂ, ਪਰਮਿੰਦਰ ਸਿੰਘ ਥਿੰਦ, ਸੁਖਵਿੰਦਰ ਸਿੰਘ ਸਰੋਆ, ਜਸਵਿੰਦਰ ਸਿੰਘ ਚੰਦੀ, ਵਿਜੇ ਗੁਪਤਾ। ਤੇ ਬਹੁਤ ਆਨੰਦ ਕੱਲ ਹੈਲੋਵੀਨ ਦੇ ਬਾਰੇ ਜਦ ਕੀਤਾ ਤਾਂ ਬਹੁਤ ਖੁਸ਼ ਸੀ। ਜਲੇਬੀ ਨੂੰ ਤਾਂ ਭਵਕ ਕੇ ਪੈਂਦੀ ਹੈ, ਕਹਿੰਦਾ ਵੇਅਰਜ਼ ਇੰਡੀਅਨ ਕੈਂਡੀ, ਇੱਕ ਘੁੰਮ ਕੇ ਆਇਆ ਪੂਰਾ। ਬ੍ਰਦਰ ਗਿਵ ਮੀ ਸਮ ਇੰਡੀਅਨ ਕੈਂਡੀ ਮੈਨ, ਗॉड ਡੈਮ। 3 ਵਾਰ 4 ਵਾਰ ਗਿਆ। ਮੈਂ ਕਿਹਾ ਖੜ ਜਾ ਮਾੜਾ ਜਿਹਾ, ਦਿਨਾ ਕਿਉਂ ਠੰਡਾ। ਨੋ 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 ਆਈ ਗੋਟ ਗੋ ਸਮਵੇਅਰ। ਸੋਡੀਆ ਪੈਂਦੀ ਹੈ। ਪੱਕੇ ਖੁਸ਼ ਨੇ। ਅਖੀਰ ਚ ਇੱਕ ਵੈਨ ਆਉਂਦੀ ਆ ਉੱਥੇ ਆਖਰੀ ਸਮੇਂ 'ਚ 5:45 ਵਜੇ। ਵੈਨ ਦੇ ਵਿੱਚ ਨਰੈਣ ਬਸੇਰਾ ਉਹਨਾਂ ਦਾ ਇੱਕ ਮਾਂ ਮੀਆਂ ਬੀਬੀ ਨੇ ਵੈਨ 'ਚ ਸੌਂਦੇ ਆ। ਉਹ ਫਿਰ ਖਾਣਾ ਅਖੀਰ 'ਚ ਆਉਂਦੇ ਨੇ ਪੂਰੇ 5:45 ਵਜੇ। ਕੋਠੀ ਝਾੜ ਫਿਰ ਉਹਨਾਂ ਵੱਲ ਨੂੰ ਹੁੰਦਾ ਵੀ ਦੇ ਦਿਓ ਸਾਰਾ। ਹੁਣ ਗਰਮ ਜਰਾਬਾਂ, ਮਫਲਰ, ਗਲਵਸ ਅਗਲੇ ਵੀਕ ਉਹਨਾਂ ਨੂੰ ਸਾਰਿਆਂ ਨੂੰ ਦੇਣੇ ਨੇ। 200-300 ਆਰਡਰ ਕੀਤਾ। ਜਰਾਬਾਂ, ਟੋਪੀ, ਗਰਮ ਦਸਤਾਨੇ। ਤੇ ਉਹ ਆਇਓ ਕਦੇ ਉੱਥੇ, ਜਿੰਨੇ ਵੀ ਪਿਆਰੇ ਹੋ ਤੁਸੀਂ, ਵੇਖਿਓ ਵੀ ਕਿੰਨਾ ਕੁ ਵਧੀਆ ਉੱਥੇ ਵਧੀਆ ਲੱਗ। ਬਾਈ ਸਾਡਾ ਗੁਰਨੇਕ ਸਿੰਘ ਮਾਨ ਟੂਟੋ ਮਜਾਰੇ ਵਾਲਾ ਹੈ ਬਾਈ ਜੀ, ਪਹਿਲਾਂ ਆਉਣ ਲੱਗੇ, ਆਪਣਾ ਚੇਂਜ ਕਰ ਲਿਆ ਐਤਵਾਰ ਦੀ ਸੇਵਾ ਲਈ ਸਕੈਜੂਲ ਵੀ ਮੈਂ ਘਰੇ ਪਹੁੰਚਣਾ ਸੈਟਰਡੇ। ਗਾਡਰ ਵਰਗਾ ਸਰੀਰ ਆ ਵੀ ਪਤਾ ਨਹੀਂ ਕੀ ਖਾਣਾ। ਅੱਛਾ ਸ਼ੁਰੂਆਤ ਕਰੀਏ। ਪਹਿਲਾ ਇੱਕ ਕਲਿੱਪ, ਜਦ ਕਲਗੀਧਰ ਪਿਤਾ ਵਰਸਾਉਂਦੇ ਨੇ ਆਪਣੇ ਯੋਧਿਆਂ ਨੂੰ ਤਾਂ ਕੀ ਹੁੰਦਾ। ਇਹ ਕੌਣ ਨੇ? ਸ਼ਹੀਦ ਭਾਈ ਸਤਵੰਤ ਸਿੰਘ ਦੇ ਸਭ ਤੋਂ ਪਰਮ ਮਿੱਤਰ ਸਰਦਾਰ ਹਰਜਿੰਦਰ ਸਿੰਘ, ਜਿਹੜੇ ਮਾਝੇ ਦੇ ਜਰਨੈਲ ਨੇ, ਮਾਝੇ ਦੇ ਰਹਿਣ ਵਾਲੇ ਨੇ, ਜਿਨੇ ਬਾਪੂ ਤਰਲੋਕ ਸਿੰਘ ਦੇ ਨਾਲ 4.5 ਸਾਲ ਦਾ ਸਮਾਂ ਉੱਥੇ ਕੱਟਿਆ ਤੇ ਕੇਸਾਂ ਦੇ ਵਿੱਚ। ਇੱਕੋ ਇੱਕ ਯੋਧਾ ਰਹਿ ਗਿਆ ਸੀ ਜਿਹਨੇ ਜਾ ਕੇ ਜੱਫੀਆਂ, ਜਿਹੜਾ ਸ਼ਹੀਦ ਭਾਈ ਸਤਵੰਤ ਸਿੰਘ ਨੂੰ ਪਾਉਂਦਾ ਰਿਹਾ। ਤੇ ਇਹ ਪਹਿਲਾ ਕਲਿੱਪ ਸੁਣਿਓ, ਉਹਦੇ 'ਚ ਉਹ ਕੀ ਸੁਣਾ ਕੀ ਰਿਹਾ, ਸੁਣੋ। ਗਰਮ ਖਿਆਲੀ ਸੀ। ਜਦੋਂ ਉੱਥੇ ਬਾਜ ਬੰਗਲਾ ਸਾਹਿਬ ਆਇਆ ਤਾਂ ਉੱਥੇ ਕੋਈ 3 ਘੰਟੇ ਥੜੇ ਤੇ ਬੈਠਾ ਨਿਸ਼ਾਨ ਸਾਹਿਬ ਦੇ ਤੇ ਸੰਗਤ ਉਹਦੇ ਦੁਆਲੇ ਆਪਣੇ ਆਪਣੇ ਪ੍ਰਤੀਕਰਮ ਚਰਚਾ ਕਰ ਰਹੀ ਕਿ ਕਿਉਂ ਬੈਠਾ ਹੈ, ਬਾਜ ਕਿਉਂ ਆਇਆ। ਕਿਉਂਕਿ ਹੈਰਾਨੀ ਦੀ ਗੱਲ ਸੀ, ਵਕਤ ਸ਼ਾਮ ਦਾ ਸੀ, ਕਿਉਂਕਿ ਉਸ ਤਰ੍ਹਾਂ ਉਹ 2 ਵਜੇ ਲੰਗਰ ਦੀ 2:30 ਵਜੇ ਸਮਾਪਤੀ ਹੋ ਜਾਂਦੀ ਸੀ। ਸੰਗਤ ਉਦੋਂ ਕੋਈ ਬਹੁਤੀ ਜ਼ਿਆਦਾ ਨਹੀਂ ਸੀ ਹੁੰਦੀ ਤੇ ਲੋਕਾਂ ਕੋਲ ਸਾਧਨ ਵੀ ਨਹੀਂ ਸੀ ਹੁੰਦੇ, ਕੋਈ ਬੱਸ ਤੇ ਆਇਆ, ਕੋਈ ਸਾਈਕਲ ਤੇ ਆਇਆ। ਤੇ ਉਹ ਜਦੋਂ ਵਾਪਸ ਘਰ ਗਏ ਤੇ ਸ਼ਾਮ ਦਾ ਵਕਤ ਹੋ ਚੁੱਕਾ ਸੀ, ਦਿਨ ਡੁੱਬਣ ਵਾਲਾ ਸੀ। ਇੰਨੇ ਚਿਰ ਨੂੰ ਜਦੋਂ ਉਹਨਾਂ ਦੇ 5 ਸੈਕਟਰ ਵਿੱਚ ਰਹਿੰਦੇ ਸੀ ਆਰਕੇਪੁਰ, ਜਦੋਂ ਆਪਣੇ ਘਰ ਦਾ ਦਰਵਾਜ਼ਾ ਖੋਲਣ ਲਈ ਜਿਹੜਾ ਪਰਿਵਾਰ ਸੀ ਉਹ ਅੱਗੇ ਹੋਇਆ ਤੇ ਕੇਰ ਸਿੰਘ ਅਜੇ ਪਿੱਛੇ ਸੀ, ਇੰਨੇ ਚਿਰ ਨੂੰ ਭਾਈ ਬੇਅੰਤ ਸਿੰਘ ਉੱਥੇ ਆ ਗਿਆ। ਜਦੋਂ ਉੱਥੇ ਆਇਆ ਤੇ ਉਹਨੇ ਆਣ ਕੇ ਬ੍ਰੇਕ ਮਾਰੀ, ਉਹ ਮੋਟਰਸਾਈਕਲ ਤੇ ਸੀ, ਸਤਿ ਸ੍ਰੀ ਅਕਾਲ ਹੋਈ ਤੇ ਕੇਰ ਸਿੰਘ ਕਹਿੰਦਾ ਵੀ ਆ ਜਾ ਬੇਟਾ, ਚਾਹ ਪਾਣੀ ਪੀ ਕੇ ਜਾ। ਭਾਈ ਬੇਅੰਤ ਸਿੰਘ ਸ਼ਾਮ ਦਾ ਵਕਤ ਸੀ, ਉਹ ਆਪਣੇ ਮੂਡ 'ਚ ਸੀ। ਉਹ ਕਹਿੰਦਾ ਮੈਂ ਇਸ ਵਕਤ ਮਤਲਬ ਚਾਹ ਪੀਣ ਦੇ ਮੇਰੇ ਵੱਸ ਦੀ ਗੱਲ ਨਹੀਂ, ਮੈਂ ਤਾਂ 2 ਪੈਗ ਲਾਏ ਆ। ਭਾਈ ਕੇਰ ਸਿੰਘ ਕਹਿੰਦਾ ਵੀ ਪਾਣੀ ਪੀ ਲਾ, ਆ ਜਾ। ਉਹਨੇ ਇੱਕ ਸਵਾਲ ਕੀਤਾ ਕੇਰ ਸਿੰਘ ਦੇ ਵੀ ਤੁਸੀਂ ਇਸ ਵੇਲੇ ਕਿੱਥੋਂ ਆਏ ਹੋ? ਉਹ ਕਹਿੰਦਾ ਵੀ ਬੇਟਾ ਅਸੀਂ ਬੰਗਲਾ ਸਾਹਿਬ ਤੋਂ ਆਏ, ਤੂੰ ਆ ਤੇ ਸਹੀ। ਇੰਨੇ ਚਿਰ ਨੂੰ ਭਾਈ ਕੇਰ ਸਿੰਘ ਦੀ ਘਰਵਾਲੀ, ਜੋ ਰਿਸ਼ਤੇ ਵਿੱਚੋਂ ਭਾਈ ਬੇਅੰਤ ਸਿੰਘ ਦੀ ਭੂਆ ਲੱਗਦੀ ਸੀ, ਉਹ ਆਵਾਜ਼ ਸੁਣ ਕੇ ਬਾਹਰ ਆ ਗਈ। ਉਹਨੇ ਵੀ ਕਿਹਾ ਬੇਅੰਤ ਅੰਦਰ ਆ ਜਾ। ਤਾਂ ਭਾਈ ਬੇਅੰਤ ਸਿੰਘ ਮੋਟਰਸਾਈਕਲ ਲਾ ਕੇ ਨਾਲ ਕੇਰ ਸਿੰਘ ਦੇ ਅੰਦਰ ਚਲ ਗਿਆ। ਉਹ ਪਾਣੀ ਦਾ ਗਲਾਸ ਲਿਆਈ ਤੇ ਕੇਰ ਸਿੰਘ ਤੇ ਬੇਅੰਤ ਸਿੰਘ ਵਿੱਚ ਉਹ ਜਿਹੜਾ ਬਾਹਰ ਪ੍ਰਸ਼ਨ ਹੋਇਆ ਸੀ ਤੁਸੀਂ ਇਸ ਵੇਲੇ ਕਿੱਥੋਂ ਆਏ, ਉਹ ਚਰਚਾ ਛਿੜ ਗਈ। ਉਹ ਕਹਿਣ ਲੱਗਾ ਫੁੱਫੜ ਜੀ ਕਿੱਥੋਂ, ਤੁਸੀਂ ਤੇ ਜਲਦੀ ਆ ਜਾਂਦੇ, ਅੱਜ ਕਿਉਂ ਲੇਟ ਆਏ ਹੋ? ਤੇ ਭਾਈ ਆਪਣਾ ਕੇਰ ਸਿੰਘ ਕਹਿੰਦਾ ਕਿ ਉੱਥੇ ਬਾਜ ਆਇਆ ਸੀ, ਉਹ ਬਾਜ ਦੇ ਦਰਸ਼ਨ ਕਰ ਰਹੇ ਸੀ ਉੱਥੇ ਸੰਗਤ, ਅਸੀਂ ਵੀ ਉਹਦੇ ਉਸੇ ਵਿੱਚ ਹੀ ਦਰਸ਼ਨ ਕਰਦੇ ਰਹੇ ਤੇ ਲੇਟ ਹੋ ਗਏ। ਉਹ ਕਹਿੰਦਾ ਫੁੱਫੜ ਜੀ ਇੱਕ ਜਾਨਵਰ ਆ, ਉਹ ਆਣ ਕੇ ਉੱਥੇ ਬੈਠ ਗਿਆ, ਉਹਨੂੰ ਉੱਥੇ ਤੁਸੀਂ ਮੱਥਾ ਟੇਕਦੇ ਰਹੇ, ਇਹਦਾ ਕੀ ਮਤਲਬ ਹੋਇਆ? ਭਾਈ ਬੇਅੰਤ ਸਿੰਘ ਨੇ ਇਹ ਗੱਲ ਕਹੀ। ਉਹ ਕਹਿੰਦਾ ਬੇਟਾ ਤੂੰ ਅੱਜ ਤੱਕ ਵੇਖਿਆ ਕਦੀ ਵੀ ਜਿੱਥੇ ਮਨੁੱਖ ਜਾਤੀ ਇਕੱਠੀ ਹੋਈ ਉੱਥੇ ਕਦੀ ਜਾਨਵਰ ਬੈਠਦਾ? ਕਹਿੰਦਾ ਨਹੀਂ। ਕਹਿੰਦਾ ਉਹ ਕਿਉਂ ਬੈਠਾ ਉੱਥੇ ਆਣ ਕੇ?
ਕਹਿੰਦਾ ਕੌਮ ਰੁੜੀ ਹੋਈ ਆ ਇਸ ਖਿਆਲ ਦੇ ਵਿੱਚ ਕਿ ਸਾਡਾ ਕੋਈ ਹੁਣ ਰਿਹਾ ਨਹੀਂ, ਅਸੀਂ ਕੀ ਕਰਾਂਗੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਪਣੇ ਬਾਜ ਰੱਖਦੇ ਸੀ, ਉਹ ਪੰਛੀਆਂ ਦਾ ਰਾਜਾ ਹੈ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਉਹ ਤਾਂ ਉੱਥੇ ਆਣ ਕੇ ਬੈਠਾ ਹੈ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ, ਮੈਂ ਤੁਹਾਡੇ ਅੰਗ ਸੰਗ ਹਾਂ। ਉਹ ਉਹਨੂੰ ਆਪਣਾ ਪ੍ਰਤੀਕਰਮ ਇਸ ਤਰ੍ਹਾਂ ਦੇ ਰਿਹਾ ਸੀ ਤੇ ਬੇਅੰਤ ਸਿੰਘ ਨੇ ਉਹਦੀ ਗੱਲ ਨੂੰ ਕੱਟਦਿਆਂ ਆਪਣੀ ਗੱਲ ਫੇਰ ਅੱਗੇ ਰੱਖਦਿਆਂ ਉਹਨੇ ਕਿਹਾ, ਫੁੱਫੜ ਜੀ ਮੈਂ ਇੰਦਰਾ ਗਾਂਧੀ ਦੀ ਕੋਠੀ ਤੇ ਵੀ ਬਾਜ ਆਇਆ ਵੇਖਿਆ। ਤੇ ਭਾਈ ਕੀਰ ਸਿੰਘ ਇੱਕਦਮ ਉਹਨੂੰ ਕਹਿੰਦਾ, ਉਹ ਤੁਹਾਨੂੰ ਸੁਨੇਹਾ ਹੀ ਤੇ ਦੇਣ ਆਇਆ ਵੀ ਇਹਨੇ ਇੰਨਾ ਪਾਪ ਕੀਤਾ, ਇਹਨੂੰ ਕਿਉਂ ਨਹੀਂ ਮਾਰਦੇ। ਉਹ ਕਹਿੰਦਾ ਮੈਡਮ ਨੂੰ ਗਲਤ ਤੁਸੀਂ ਕਹਿ ਰਹੇ ਹੋ। ਭਾਈ ਬੇਅੰਤ ਸਿੰਘ ਅਜੇ ਵਫਾਦਾਰੀ ਦੀਆਂ ਗੱਲਾਂ ਕਰ ਰਿਹਾ ਸੀ, ਤੁਸੀਂ ਗਲਤ ਕਹਿ ਰਹੇ ਹੋ, ਤੁਹਾਡੇ ਵਰਗੇ ਐਸੇ ਖਿਆਲਾਂ ਦੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਆ, ਇਹ ਜਾਨਵਰ ਕਿਸ ਤਰ੍ਹਾਂ ਇਹ ਗੱਲ ਕਰ ਸਕਦਾ। ਇਹ ਪਾਣੀ ਦਾ ਗਲਾਸ ਪੀ ਕੇ ਭਾਈ ਬੇਅੰਤ ਸਿੰਘ ਆਪਣੇ ਘਰ ਨੂੰ ਚਲਿਆ ਗਿਆ। 2 ਦਿਨ ਬਾਅਦ ਜਦੋਂ ਡਿਊਟੀ ਤੇ ਖੜਾ ਸੀ ਤੇ ਪ੍ਰਮਾਤਮਾ ਵਰਤ ਗਿਆ, ਜਿਹੜੀ ਲੋਕ ਅਰਦਾਸ ਕਰ ਰਹੇ ਸੀ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਉਹ ਵਰਤ ਗਈ। ਬਾਜ ਇੰਦਰਾ ਗਾਂਧੀ ਦੀ ਕੋਠੀ ਤੇ ਫੇਰ ਆਇਆ, ਕਰੀਬ 11 ਵਜੇ ਦਾ ਟਾਈਮ ਸੀ। ਭਾਈ ਬੇਅੰਤ ਸਿੰਘ ਦੇ ਦਿਮਾਗ ਵਿੱਚ ਉਹ ਰਿਪੀਟ ਹੋਈਆਂ ਗੱਲਾਂ ਜਿਹੜੀਆਂ ਕੀਰ ਸਿੰਘ ਕਹਿ ਰਿਹਾ ਸੀ, ਉਹ ਰਿਪੀਟ ਹੋਈਆਂ ਵੀ ਉਹ ਕਹਿੰਦਾ ਸੀ ਵੀ ਉਹ ਤੁਹਾਨੂੰ ਸੁਨੇਹਾ ਦੇਣ ਆਇਆ। ਉਹਨੇ ਆਪਣੇ ਮਨ 'ਚ ਇੱਕ ਸੰਕਲਪ ਕੀਤਾ ਵੀ ਜੇਕਰ ਮੇਰੇ ਹੱਥ ਤੇ ਬਵੇਂ ਮੰਨੂਗਾ ਤਾਂ। ਭਾਈ ਬੇਅੰਤ ਸਿੰਘ ਨੇ ਆਪਣੇ ਮਨ ਸੰਕਲਪ ਕੀਤਾ, ਉਹਦੇ ਵੱਲ ਵੇਖ ਕੇ ਉਹ ਵਿਚਾਰ ਉਹਦੇ ਮਨ 'ਚ ਆਏ ਤੇ ਉਹਨੇ ਕਿਹਾ ਮੰਨੂ ਤਾਂ ਜੇ ਮੇਰੇ ਹੱਥ ਤੇ ਬਵੇਂ। ਤਾਂ ਉਹ ਬਾਜ ਜਿਹੜਾ ਸੀ ਉਹ ਇਸ ਤਰ੍ਹਾਂ ਉੱਡਿਆ ਘੁੰਮਿਆ। ਭਾਈ ਬੇਅੰਤ ਸਿੰਘ ਨੇ ਗਾਰਡ ਵੇਖ ਰਹੀ ਸੀ, ਹੱਥ ਉੱਪਰ ਕੀਤਾ, ਉਹਦੇ ਹੱਥ ਤੇ ਬੈਠ ਗਿਆ। ਬਸ ਸਮਝ ਲਓ ਇੰਦਰਾ ਗਾਂਧੀ ਦੀ ਮੌਤ ਦੇ ਬਰੰਟ ਮਹਾਰਾਜ ਉੱਥੇ ਜਾਣ ਕੇ ਪਰਮਾਤਮਾ ਜਾਰੀ ਕਰ ਗਿਆ, ਹਰਨਾਸ਼ਕ ਦੁਸ਼ਟਾਰ ਮਾਰਿਆ ਪ੍ਰਹਲਾਦ ਤਰਾਇਆ। ਉਹਦੇ ਮੌਤ ਤੋਂ ਤੇ ਕਦੀ ਕੋਈ ਭੱਜ ਨਹੀਂ ਸਕਿਆ। ਅੱਜ ਤੱਕ ਸਾਰਾ ਇਤਿਹਾਸ ਕਹਿੰਦਾ ਕਿ ਜੁਗਾਂ ਜੁਗੰਤਰਾਂ ਵਿੱਚ ਜਦੋਂ ਵੀ ਕੋਈ ਪਾਪੀ ਪਾਪ ਕਰ ਲੈਂਦਾ ਤੇ ਉਹਦੀ ਮੌਤ ਫਿਰ ਰੱਬ ਹੀ ਆਪ ਕੱਢ ਦਿੰਦਾ। ਭਾਵੇਂ ਉਹ ਹਰਨਾਸ਼ਕ ਨੂੰ ਪ੍ਰਹਲਾਦ ਦੇ ਰੂਪ 'ਚ ਉਹਦੀ ਮੌਤ ਆ ਗਈ, ਉਹਦੇ ਘਰ ਜਨਮ ਲਿਆ, ਤੇ ਭਾਵੇਂ ਕੋਈ ਹੋਰ ਹੋਵੇ। ਐਸਾ ਆ ਜਿਹੜੀ ਹਿਸਟਰੀ ਹੈ ਅੱਜ ਦੇ ਸਮੇਂ ਦੀ, ਉਹ ਸਿੱਖਾਂ ਦੀ ਇਸ ਤਰ੍ਹਾਂ ਗੁਰੂ ਨੇ ਆਪ ਆਪਣੀ ਬਖਸ਼ਿਸ਼ ਕਰਕੇ ਆਪਣੇ ਸਿੱਖਾਂ ਨੂੰ ਸੇਵਾ ਲਈ ਪ੍ਰੇਰਨਾ ਕੀਤੀ। ਤੇ ਇੱਥੋਂ ਇੰਦਰਾ ਗਾਂਧੀ ਨੂੰ ਪਾਪੀ ਕੇ ਮਾਰਨੇ ਕੋ ਪਾਪ ਮਾਂ ਬਲੀ ਹੈ, ਬੇਅੰਤ ਸਿੰਘ ਤੇ ਸਤਵੰਤ ਸਿੰਘ ਆਮ ਜ਼ਿੰਦਗੀ ਜਿਉਂਦੇ ਹੋਏ ਤੁਰ ਪਏ ਮੌਤ ਵਾਲੇ ਪਾਸੇ। ਇੱਥੋਂ ਇਹ ਚੀਜ਼ ਜਿਹੜੀ ਆ ਇਹਦੀ ਸ਼ੁਰੂਆਤ ਹੋਈ। ਇਹ ਬਲਵਿੰਦਰ ਸਿੰਘ ਪੱਖੋਕੇ ਨੇ ਜਿਹੜੇ ਸ਼ਹੀਦ ਸਰਦਾਰ ਹਰਜਿੰਦਰ ਸਿੰਘ ਨਾਲ ਗੱਲ ਕਰ ਰਹੇ ਨੇ। ਜਿਹੜੇ ਹਰਜਿੰਦਰ ਸਿੰਘ ਕੌਣ ਨੇ? ਜਿਹੜੇ ਸਰਦਾਰ ਸਤਵੰਤ ਸਿੰਘ ਦੇ ਸਭ ਤੋਂ ਕਰੀਬੀ ਦੋਸਤ ਨੇ, ਜਿਨ੍ਹਾਂ ਨੂੰ ਉਹ ਜਦ ਨੌਕਰੀ ਕਰਨ ਲੱਗੇ, ਇੰਦਰਾ ਗਾਂਧੀ ਸਿਸਟਮ ਹੈ, ਮਤਲਬ ਉਹ ਕਿਤੇ ਅਸਾਮ ਰਾਈਫਲ ਦੇ ਵਿੱਚ ਸ਼ਾਇਦ ਭਰਤੀ ਹੋਏ ਸੀ ਸਤਵੰਤ ਸਿੰਘ, ਡਿਊਟੀ ਲੱਗੀ। ਕਿਉਂਕਿ ਤੁਸੀਂ ਇੱਕ ਗੱਲ ਨੂੰ, ਇਸ ਪ੍ਰਕਿਰਤੀ ਦੇ ਨਿਯਮ ਨੂੰ, ਪ੍ਰਕਿਰਤੀ ਨੂੰ ਸਮਝਣ ਦੇ ਲਈ ਇਹ ਉਹੀ ਇਹਨੂੰ ਸਮਝ ਸਕਦਾ ਜੇ ਕੋਈ ਇਹਨੂੰ ਪਿਆਰ ਕਰਦਾ ਹੋ। ਤੁਸੀਂ, ਮੈਂ, ਅਸੀਂ ਇਹ ਚੀਜ਼ਾਂ ਨਹੀਂ ਸਮਝ ਸਕਦੇ ਕੁਛ। ਉਹਨੇ ਕਿਵੇਂ ਇਹਨੂੰ ਬਣਾਉਣਾ, ਕਿਵੇਂ ਲੈ ਕੇ ਜਾਣਾ, ਕਿਵੇਂ ਕਿਹਦੀ ਡਿਊਟੀ ਲੱਗਣੀ ਹੈ, ਇਹ ਬਹੁਤ ਵੱਡਾ ਵਿਸ਼ਾ। ਇੱਕ ਆਮ ਅਕਸਰ ਵਿਰੋਧੀ ਧਿਰ ਵਾਲੇ, ਵਿਰੋਧੀ ਧਿਰ ਨਾਲ ਮੈਂ ਇਹ ਕਹਾਂ ਜਿਨ੍ਹਾਂ ਦੀ ਇਹ ਸੋਚ ਆ, ਉਹ ਕਹਿੰਦੇ ਵੀ ਨੋ ਉਹਦੇ ਗਾਰਡ ਹੁੰਦਿਆਂ ਹੋਇਆਂ ਵਿਸ਼ਾਘਾਤ ਕੀਤਾ ਇੰਦਰਾ ਨਾਲ, ਸ਼ਹੀਦ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ। ਇੱਕ ਤਾਂ ਇਹ ਹੈ, ਦੂਜੀ ਇਹ ਹੈ ਵੀ ਨਹੀਂ ਫਿਰ ਉਹਨੇ ਵਿਸ਼ਾਘਾਤ ਕੌਮ ਨਾਲ ਕੀਤਾ। ਸਰਾਲ ਬਣ ਕੇ ਸਾਡੇ ਹਰਮੰਦਰ ਦੇ ਵਿੱਚ ਸਰਕੀ ਉਹ ਜਾ ਕੇ। ਇੱਕ ਬੰਨੇ ਤੂੰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਸੇ ਜੋਗਾ ਨਹੀਂ ਛੱਡ ਰਹੀ, ਤੂੰ ਕੱਢ ਕੇ ਜੇਲ੍ਹਾਂ 'ਚ ਉਹਨਾਂ ਨੂੰ ਮਿਲ ਰਹੀ ਹੈ। ਇੱਕ ਬੰਨੇ ਤੂੰ 4 ਸੀਨੀਅਰ ਬਿਊਰੋਕਰੈਟਸ ਆਪਣੇ ਜਿਹੜੇ ਸਭ ਤੋਂ ਤੇਰੇ ਪਸੰਦੀਦੇ ਨੇ ਉਹ ਗੱਲ ਕਰਨ ਲਈ ਲਾਏ ਹੋਏ ਨੇ। ਦੂਜੇ ਬੰਨੇ ਤੂੰ ਮਿਲਟਰੀ ਨੂੰ ਮੋਬਿਲਾਈਜ਼ ਕਰ ਰਹੀ ਹੈ। ਵਸੀਲੇ ਮੁੱਕ ਗਏ ਸੀ ਸਾਰੇ। ਜੇ ਤਾਂ ਤੇਰੇ ਕੋਲ ਕੋਈ ਵਸੀਲਾ ਨਹੀਂ ਸੀ ਤਾਂ ਪਾਣੀ, ਹਵਾ, ਪਾਣੀ ਤੇ ਬਿਜਲੀ ਬੰਦ ਕਰ ਦਿੱਤੀ ਸੀ ਤੇ ਫਿਰ ਵੀ ਨਹੀਂ ਨਿਕਲ ਰਹੇ ਸੀ। ਫਿਰ ਤੇਰਾ ਆਖਰੀ ਸੰਕਲਪ ਸੀ ਉਹਦੇ ਲਈ ਕੌਮ ਨੂੰ ਦੇ ਕੇ ਸੰਦੇਸ਼ ਤੂੰ, ਫਿਰ ਤੂੰ 4 ਦਿਨ ਦੀ ਫੌਜਾਂ। ਇੱਕ ਬੰਨੇ ਤੂੰ ਗੱਲਾਂ ਕਰ ਰਹੀ ਹੈ, ਆ ਜਾਓ ਬਾਹਰ, ਨਫ਼ਰਤ ਤਿਆਗ ਦਿਓ, ਤੇ ਆਹ ਕਰ ਰਹੀ। ਦੂਜੇ ਬੰਨੇ ਇਹ ਜਿਹੜਾ ਨਾਲ ਚਲਾ ਰਹੀ ਹੈ ਕਪਟ, ਉਹ ਕਪਟ ਨੂੰ ਫਿਰ ਹੁਣ ਉਹ ਘੇਰੇ ਦੇ ਵਿੱਚ ਜਿਹੜੇ 7 ਤਹਿਾਂ ਵਾਲਾ ਘੇਰਾ, ਉਹਦੇ ਵਿੱਚ ਫਿਰ ਉਹਨੇ ਕਿਹਨੂੰ ਬਖਸ਼ਿਸ਼ ਕਰਨੀ ਆ? ਬਖਸ਼ਿਸ਼ ਸੁਣੀ ਨਾ ਤੁਸੀਂ?
ਬੇਅੰਤ ਸਿੰਘ ਜਿਹੜਾ ਉਹ ਕਹਿੰਦਾ ਇਹਦਾ ਜਾਨਵਰ ਦਾ ਕੀ ਹੈ। ਉਸ ਸਮੇਂ ਬਾਜ ਨੇ ਦਰਸ਼ਨ ਸਾਰੇ ਪੰਜਾਬ 'ਚ ਦਿੱਤੇ। ਮੁੜ ਕੇ ਕਿੱਥੇ ਚਲੇ ਗਿਆ ਬਾਜ? ਹੁਣ 84 ਦੀ ਉਹ ਗੱਲ ਹੈ। ਸਾਡੇ ਸਾਰੇ ਏਰੀਏ 'ਚ ਕਢਾਣੀ, ਖੰਨੇ ਦੇ ਨੇੜੇ ਸਿੰਘਾਂ ਦੀ ਨੌ ਲੜੀ ਤੇ ਸਿੰਘਾਂ ਦੀ ਸਲੌਦੀ ਸੱਚ ਨੌ ਲੜੀ, ਸਾਰੀ ਜਗ੍ਹਾ ਉਹਨੇ ਦਰਸ਼ਨ ਦਿੱਤੇ, ਦੇਖੇ ਅਸੀਂ। ਬੈਠਾ ਗੁਰੂ ਦੀ ਆਗਿਆ ਬਿਲਕੁਲ ਤਾਬਿਆਂ ਦੇ ਵਿੱਚ। ਬਾਜ ਜਾਨਵਰ ਹਜ਼ਾਰਾਂ ਹੀ ਬੰਦੇ ਨੇ, ਬਿਠਾ ਕੇ ਦਿਖਾਓ ਤਾਂ ਕੋਈ। ਆ ਕਬੂਤਰ ਅਸੀਂ ਰੱਖਦੇ ਰਹੇ ਹਾਂ, 1000 ਬੰਦੇ ਦੇ ਕਬੂਤਰ ਨੂੰ ਬਿਠਾ ਕੇ ਦਿਖਾਓ, ਨਾਲੇ ਹੱਥੀਂ ਆਪ ਉਹਨਾਂ ਨੂੰ ਪਾਲਿਆ ਹੁੰਦਾ ਛੋਟੇ ਬੱਚੇ ਤੋਂ ਲੈ ਕੇ। ਕਿਹਦਾ ਜੋ ਉਸ ਸਮੇਂ ਨਾਸਤਕ ਟੋਲਾ ਕਹਿੰਦੇ ਉਹ ਟ੍ਰੇਨ ਕਰਕੇ ਭੇਜਦੇ, ਤਾਂ ਟ੍ਰੇਨ ਕੀਤੇ ਹੁੰਦੇ। ਬਾਜ ਨਹੀਂ ਟ੍ਰੇਨਡ ਹੁੰਦੇ। ਸ਼ੀਂਹ ਨੇ ਜਿਹੜੇ ਜਾਂ ਬਾਜ ਨੇ ਜਿਹੜੇ, ਇਹ ਤਾਂ ਆਪਣੀ ਉਹ ਨਸਲ ਹੈ। ਅੱਛਾ, ਫਿਰ ਹੁਣ ਉਹ ਪ੍ਰਗਟ ਹੋਣ ਵਾਲੀ ਕਹਾਣੀ, ਸੁਨੇਹੇ ਵਾਲੀ ਗੱਲ, ਉਹ ਕਹਿੰਦਾ ਵੀ ਮੈਂ ਤਾਂ ਮੰਨੂ ਆ ਕੇ ਬੈਠ, ਫਿਰ ਉੱਪਰ ਬਹਿ ਗਿਆ। ਉਹ ਉੱਥੋਂ ਸ਼ੁਰੂਆਤ ਹੁੰਦੀ ਹੈ। ਇਹ ਹਰਜਿੰਦਰ ਸਿੰਘ ਹੋਣੀ ਨੇ ਜਿਹੜੇ, ਉਹ ਬਹੁਤ ਚੜ੍ਹਦੀ ਕਲਾ ਵਾਲਾ ਵੀਰ ਹੈ ਇਹ। ਤੁਸੀਂ ਇਹਨੂੰ ਕਦੇ ਸੁਣਿਓ? ਜਿਹੜੀਆਂ ਉਹਦੀਆਂ ਗੱਲਾਂ ਨੇ, ਉਹ ਡਰ ਡੂਰ ਵਾਲੀ ਕਹਾਣੀ ਨਹੀਂ ਹੈ ਕੋਈ। ਉੱਥੇ ਰਹਿੰਦਿਆਂ ਹੋਇਆ 4.5 ਸਾਲ ਉਹਨੇ ਟੈਕਸੀ ਚਲਾਉਂਦੇ ਨੇ। ਟੈਕਸੀ ਛੱਡ ਕੇ ਜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਕੀਤੀ। ਨੌਕਰੀ ਤੇ ਫਿਰ ਸਿਰ ਤੇ ਪਰ ਛੱਤ ਬਾਪੂ ਦੀ ਬਣੀ ਸੀ, ਬਾਬਾ ਤਰਲੋਕ ਸਿੰਘ ਦੀ। ਕੋਈ ਨਹੀਂ ਸੀ। ਹੁਣ ਜਿਹੜੀ RS ਸੋਢੀ ਜਸਟਿਸ ਦੀ ਆਈ ਹੈ ਨਾ, ਅਪਲਪ੍ਰੀਤ ਨੇ ਕੀਤੀ ਆ, ਬਹੁਤ ਵਧੀਆ ਪ੍ਰਾਈਮ ਟਾਈਮਸ ਤੇ ਇੱਕ ਜਿਹੜੀ ਜਸਟਿਸ RS ਸੋਢੀ ਦੀ ਇੰਟਰਵਿਊ ਕੀਤੀ ਹੈ ਅਪਲਪ੍ਰੀਤ ਸਿੰਘ ਨੇ, ਸੁਣਨ ਵਾਲੀ ਹੈ ਵੀ ਕੀ ਕਹਾਣੀਆਂ ਸੀ। ਹਰਜਿੰਦਰ ਸਿੰਘ ਉਹਨਾਂ ਦਾ 5 ਐਪੀਸੋਡ ਨੇ ਉਸਦੇ ਅਖੋਕੇ ਦੇ, ਜਿਹਦੇ ਵਿੱਚ ਸਤਵੰਤ ਸਿੰਘ ਦੀ ਜ਼ਿੰਦਗੀ ਦੇ ਬਾਰੇ ਉਹ ਬਹੁਤ ਕੁਝ ਦੱਸਦਾ ਤੇ ਕਿਵੇਂ ਲੋਕ ਵਿਆਕਲ ਸੀ, ਕਿਵੇਂ ਹਰ ਇੱਕ ਸਿੱਖ ਕਹਿੰਦਾ ਯਾਰ ਇਹਨੇ ਤਾਂ ਰਿਹਾ ਕਰਨੀ। ਔਰ ਦਿੱਲੀ ਦੇ ਵਿੱਚ ਸਿਰ ਦੇ ਉੱਪਰ ਛੱਤ ਦੇ ਲਈ ਕੋਈ ਬੰਦਾ ਬਾਪੂ ਤਰਲੋਕ ਸਿੰਘ ਨੂੰ ਨਹੀਂ ਸੀ ਰੱਖ ਰਿਹਾ। ਇੱਕ ਰਾਤ ਸਰਾਂ 'ਚ ਕੱਟ ਲਈ ਸੀ। ਜਦੋਂ ਪਤਾ ਲੱਗਾ ਦਿੱਲੀ ਕਮੇਟੀ ਕਹਿੰਦਾ ਬਾਹਰ ਨਿਕਲੋ ਇੱਥੇ, ਕਿਵੇਂ ਰਾਤ ਕਿਵੇਂ ਰਿਹਾ ਇੱਥੇ। ਫਿਰ ਹਰਜਿੰਦਰ ਸਿੰਘ ਨੇ ਜਿਹੜੇ ਨੇ ਯਾਰੀ ਆਪਣੀ ਭਰਾ ਨਾਲ ਪਗਾਈ ਤੇ 4.5 ਸਾਲ ਬਾਪੂ ਨੂੰ ਉੱਥੇ ਰੱਖਿਆ। ਟੈਕਸੀਆਂ ਟੁਕਸੀਆਂ ਬੇਕ ਛੱਡਤੀਆਂ, ਪਤਾ ਨਹੀਂ ਕੀ ਕੀਤਾ, ਤੇ ਹੁਣ ਵੀ ਉੱਥੇ ਹੀ ਨੇ ਉਹ। ਤੇ ਉਹ ਇੱਕ ਟ੍ਰਾਂਜੀਸ਼ਨ ਦੇਖਦੇ ਨੇ। ਇੱਕ ਪੁਲਿਸ ਅਫੀਸਰ ਦੀ ਦਾੜੀ ਜਿਹਦੀ ਕੱਟੀ ਹੋਈ ਆ, ਤਕੜਾ ਜੁੱਸਾ ਹੈ, ਭਲਵਾਨੀ ਆ, ਗੁਰੂ ਹਨੂਮਾਨ ਦੇ ਅਖਾੜੇ ਦੇ ਵਿੱਚ ਜ਼ੋਰ ਕਰਦਾ ਹੈ। ਨੀਲੀ ਚਿੱਟੀ ਟੀ-ਸ਼ਰਟ, ਨੀਲੀ ਜਿਹੜੀ ਹੈ ਜੀਨ, ਜਿਹਦੇ ਮਸਾਂ ਜੀਨ ਜਿਹੜੀ ਪੱਟ ਸਾਂਭਦੀ ਆ, ਤੇ ਦਰਸ਼ਨੀ ਜਵਾਨ ਸੀ ਸਤਵੰਤ ਸਿੰਘ। ਤੇ ਉਹਨਾਂ ਕੋਲ ਹੱਥ ਨੇ, ਉਹਨੇ ਡਿਊਟੀ ਤੋਂ ਬਾਅਦ ਜ਼ੋਰ ਕਰਕੇ ਖਾ ਪੀ ਕੇ ਦੁੱਧ ਪੀਣ ਨੂੰ ਉੱਥੇ ਉਹਨਾਂ ਦੇ ਟੈਕਸੀ ਸਟੈਂਡ ਤੇ ਆ ਜਾ, ਜਿੱਥੋਂ ਦੋਸਤੀਆਂ ਪਈ। ਉਹਦੇ ਬਾਅਦ ਆਬਾਜ ਦੀ ਗੱਲ ਹੁੰਦੀ ਆ। ਬਾਜ ਤੋਂ ਬਾਅਦ ਫਿਰ ਕੇਰ ਸਿੰਘ ਦੋਨਾਂ ਨੂੰ ਸਹੀ ਕਰਦੇ ਆ। ਬਾਜ ਦੀ ਗੱਲ ਹੁੰਦੀ ਆ, ਬੇਅੰਤ ਸਿੰਘ ਤਿਆਰ ਹੁੰਦਾ। ਬੇਅੰਤ ਸਿੰਘ ਨੂੰ ਕੇਰ ਸਿੰਘ ਕਹਿੰਦਾ ਤੇ ਤੋਂ ਤਾਂ ਮਾਰ ਨਹੀਂ ਹੋਣੀ, ਤੇਰੇ ਕੋਲ ਤਾਂ ਕੱਲਾ ਸਰਵਿਸ ਰਿਵਾਲਵਰ ਆ, ਰਿਵਾਲਵਰ ਦੇ ਨਾਲ ਨਾ ਮਰੀ, ਤੇਰੇ ਕੋਲ ਵੈਪਨ ਵਧੀਆ ਚਾਹੀਦਾ। ਬਸ ਗੱਲਾਂ ਉਧਰੋਂ ਸਤਵੰਤ ਸਿੰਘ ਮੱਥਾ ਟੇਕ ਕੇ ਆਉਂਦਾ, ਕਿਤੇ ਸੁਭਾਵਕ ਦੋਨਾਂ ਦੀ ਗੱਲ ਹੁੰਦੀ ਆ। ਉਹ ਕਹਿੰਦਾ ਵੀ ਇਹ ਮਰਨੀ ਚਾਹੀਦੀ। ਉਸ ਤੋਂ ਬਾਅਦ ਦੋਨੇ ਪਿੰਡ, ਸਤਵੰਤ ਸਿੰਘ ਪਿੰਡ ਚਲੇ ਜਾਂਦਾ, ਆਪਣੇ ਪਰਿਵਾਰ ਨੂੰ ਦੱਸਦਾ ਬਾਪੂ ਤਰਲੋਕ ਸਿੰਘ। ਉੱਥੇ ਵੀ ਬਾਜ ਆਉਂਦਾ। 2 ਪਿੰਡੀ ਜ਼ਮੀਨ ਹੈ, ਨਾਨਕਾ ਢੇਰੀ ਤੇ ਸਤਵੰਤ ਸਿੰਘ ਹੋਣੀ ਰਹਿੰਦੇ ਆ। ਉੱਥੇ ਵੀ ਬਾਜ ਆਉਂਦਾ। ਉੱਥੇ ਭਰਾ ਸਤਵੰਤ ਸਿੰਘ ਦੀ ਮਾਤਾ ਨੂੰ ਨਾਲ ਦੇ ਪਿੰਡ ਜਾ ਕੇ ਦਰਸ਼ਨ ਕਰਾਉਣ ਲੈ ਕੇ ਜਾਂਦਾ। ਉੱਥੋਂ ਲੋਕਾਂ ਦੀ ਇਕੱਠ ਦੇ ਵਿੱਚ ਇਹ ਭਾਈ ਹਰਜਿੰਦਰ ਸਿੰਘ ਦੱਸਦੇ ਆ। ਮੈਂ ਕੋਸ਼ਿਸ਼ ਕਰੂੰ ਕਿਸ ਦਿਨ ਲੈ ਕੇ ਆਵਾਂ, ਮੈਂ ਆਉਣ ਵਾਲੇ ਦਿਨਾਂ ਮੈਂ ਉਹਨਾਂ ਦਾ ਲੱਭਦਾ ਕੰਟੈਕਟ। ਉੱਥੇ ਵੀ ਜਦ ਸ਼ਹੀਦ ਭਾਈ ਸਤਵੰਤ ਸਿੰਘ ਦੀ ਮਾਤਾ ਜੀ ਮੱਥਾ ਟੇਕਣ ਜਾਂਦੇ ਨੇ, ਬਾਜ ਉੱਡ ਕੇ ਮਾਤਾ ਦੇ ਮੋਢੇ ਤੇ ਬਹਿੰਦਾ ਤੇ ਮਾਤਾ ਆ ਕੇ ਆਪਣੇ ਘਰੇ ਬਜ਼ੁਰਗਾਂ ਨੂੰ ਤਰਲੋਕ ਸਿੰਘ ਉਹਨਾਂ ਨੂੰ ਦੱਸ ਵਿਆਹ ਹੋਈ ਗੱਲ। ਉਹ ਕਹਿੰਦਾ ਕਮਾਲ ਹੋ ਗਈ। ਉਹਦੇ ਬਾਅਦ ਸਤਵੰਤ ਸਿੰਘ ਛੁੱਟੀ ਆਉਂਦਾ, ਬਿਰਵੇ ਵੀ ਪਾਉਂਦਾ ਹੈ ਵੀ ਇਹ ਮਾਰ ਘੱਤਣੀ ਆ, ਹੁਣ ਇਹਨੂੰ ਛੱਡਣਾ ਨਹੀਂ। ਤੇ ਬਾਪੂ ਉਹਨੂੰ ਕਹਿੰਦਾ ਸਤਵੰਤ ਤੂੰ ਉੱਥੇ ਕੀ ਕਰੇਗਾ, ਕਿਵੇਂ ਮਾਰੇਗਾ, ਐਡੀ ਕੁਮਕ ਆਲਦਾਰ। ਕਹਿੰਦਾ ਬਾਪੂ ਹੱਥ ਵੇਖ ਲੈ, ਜੇ ਨਾ ਹੀ ਸੂਤ ਆਈ ਰਗਾ ਮਲ ਤੂੰ। ਇਹ ਬਜ਼ੁਰਗ ਦੀਆਂ ਕਈਆਂ ਗੱਲਾਂ। ਹੁਣ ਇਹ ਪਤਾ ਤੁਹਾਨੂੰ ਵੀ ਕਿੱਡੀ ਜਗ੍ਹਾ, ਤੁਸੀਂ ਪ੍ਰਾਈਮ ਮਿਨਿਸਟਰ ਦੇ ਬੋਡੀਗਾਰਡ ਹੋ, ਕਿਤੇ
ਮਤਲਬ ਐਸਐਸਪੀ ਤਾਂ ਉਹਦੇ ਲੈਵਲ ਦੇ ਬੰਦੇ ਨਹੀਂ, ਉਹ ਤਾਂ ਖੰਘਣ ਨਹੀਂ ਦਿੰਦੇ ਕਿਸੇ ਨੂੰ। ਬੇਅੰਤ ਸਿੰਘ ਦੀ ਬਹੁਤ ਚੜ੍ਹਤ ਸੀ ਤੇ ਪਤਾ ਸੀ ਵੀ ਇਹਦੇ ਬਾਅਦ ਬਰਬਾਦੀ ਦੀ ਦਾਸਤਾਨ ਸ਼ੁਰੂ ਹੋਣੀ। ਤੋ ਇਹ ਆਮ ਤੁਹਾਡੇ ਮਨ ਤੋਂ, ਸਾਡੇ ਵਰਗਿਆਂ ਤੋਂ, ਰੋਟੀ ਕਮਾ ਕੇ ਜਵਾਕ ਪਾਲਣ ਵਾਲਿਆਂ ਤੋਂ, ਪ੍ਰਸ਼ਾਦਾ ਪਾਣੀ ਵਾਲਿਆਂ ਤੋਂ, ਉਹਨਾਂ ਦੀ ਇਸ ਸੁਰਤ ਦੇ ਹਿਸਾਬ ਦੇ ਵਿੱਚ ਸੂਤ ਨਹੀਂ ਆਉ। ਹੁਣ ਪੱਕੇ ਰਾਗਾਂ ਦਾ ਕੀਰਤਨ ਕੋਈ ਭੈਰਵੀ ਦਾ ਮੈਨੂੰ ਕਹੇ ਸੁਣ ਲਾ, ਮੈਨੂੰ ਕੀ ਪਤਾ, ਮੈਨੂੰ ਤਾਂ ਮਾਨਕ ਦਾ ਪਤਾ। ਮੇਰੇ ਸੂਤ ਕਿੱਥੇ ਆਉਂਦਾ ਵੀ ਤਾਨਪੁਰਾ ਕੀ ਹੈ ਤੇ ਜੋੜੀ ਕਿਵੇਂ ਵੱਜਦੀ ਹੈ, ਸਰੰਗੀ ਕੀ ਹੈ, ਤੇ ਇਹ ਚੀਜ਼ਾਂ ਮੇਰੇ ਕਿੱਥੇ ਪੱਲੇ ਨੇ। ਇਸ ਤਰ੍ਹਾਂ ਹੀ ਸਾਰੀ ਕਹਾਣੀ ਤੇ ਤੁਸੀਂ ਮਹਿਸੂਸ ਕਰ ਸਕਦੇ ਹੋ ਕ੍ਰੀਏਸ਼ਨ ਕਿਵੇਂ ਹੁੰਦੀ ਹੈ। ਮੈਂ ਉਹ ਤੁਹਾਨੂੰ ਤਾਂ ਸੁਣਾਈ ਸੀ ਗੱਲ ਇਹ, ਬਈ ਆਹ ਗੱਲ ਇਸ ਤਰ੍ਹਾਂ ਵਾਪਰੀ ਤੇ ਮੈਂ ਕੋਸ਼ਿਸ਼ ਕਰਾਂਗਾ ਸਰਦਾਰ ਹਰਜਿੰਦਰ ਸਿੰਘ ਨੂੰ ਲਿਆ ਕੇ ਇੱਕ ਦਿਨ ਖੁੱਲੀ ਗੱਲ ਕਰਾਂ ਵੀ ਇਹ ਵਾਕਈ ਇਹ ਗੱਲਾਂ, ਇਹ ਸਾਰੀਆਂ ਗੱਲਾਂ ਬੇਅੰਤ ਸਿੰਘ ਨੇ ਹਰਜਿੰਦਰ ਸਿੰਘ ਨੂੰ ਦੱਸੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਇੱਕ ਕਲਿੱਪ ਬਾਪੂ ਤਰਲੋਕ ਸਿੰਘ ਉਹਨਾਂ ਦਾ ਵੀ ਸੁਣਾਉਣਾ ਤੁਹਾਨੂੰ। 10 ਮਿੰਟ ਹੋਇਆ ਜੀ। ਹੁਣ ਮੈਂ ਤੁਹਾਨੂੰ ਬਜ਼ੁਰਗਾਂ ਦੀ ਗੱਲ ਸੁਣਾਉਣੀ ਚਾਹੁੰਦਾ ਹਾਂ, ਜਿਹੜੀ ਬਿਲਕੁਲ ਹੁਣੇ ਹੀ ਅੱਜ ਹੀ ਪ੍ਰਾਈਮ ਟਾਈਮਸ ਤੇ ਕਪਲਪ੍ਰੀਤ ਸਿੰਘ ਉਹਨਾਂ ਨੇ ਇੰਟਰਵਿਊ ਕੀਤੀ ਮਈ 2015 ਚ ਬਾਪੂ ਤਰਲੋਕ ਸਿੰਘ ਹੋਣੀ ਜਿਹੜੇ ਸਵਰਗਵਾਸ ਹੋਏ ਨੇ, ਤੇ ਜਨਵਰੀ 2015 ਚ ਉਹਨਾਂ ਦਾ ਅਸਲ ਪਿੰਡ ਜਿਹੜਾ ਅਗਵਾਨ ਹੈ ਤੇ ਉੱਥੇ ਉਹਨਾਂ ਨੇ ਰਿਕਾਰਡ ਕੀਤੀ। ਇਹ ਵੀ ਗੱਲ ਸੁਣਿਓ ਮਾੜੀ ਜੀ, ਜਿਹੜੀ 10-11 ਮਿੰਟ ਦੀ ਗੱਲ ਹੈ ਤੇ ਉਹਨੇ ਕੱਟ ਕੇ ਕਪਲਪ੍ਰੀਤ ਸਿੰਘ ਨੇ ਗੱਲਬਾਤ ਕੀਤੀ ਹੈ। ਥੋੜੀ ਜੀ ਮੈਂ ਤੁਹਾਨੂੰ ਸੁਣੋ। ਪ੍ਰਾਈਮ ਟਾਈਮਸ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਸਭ ਤੋਂ ਪਹਿਲਾਂ ਫਤਿਹ ਸਾਂਝ ਪਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਸ਼ਹੀਦ ਭਾਈ ਸਤਵੰਤ ਸਿੰਘ ਜੀ ਬਾਰੇ। ਸ਼ਹੀਦ ਭਾਈ ਸਤਵੰਤ ਸਿੰਘ ਦੀ ਸ਼ਹੀਦੀ 6 ਜਨਵਰੀ 1999 ਨੂੰ ਹੋਈ। ਉਹਨਾਂ ਨੂੰ ਭਾਈ ਕੇਰ ਸਿੰਘ ਦੇ ਸਮੇਤ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਦੇ ਉੱਤੇ ਇੰਦਰਾ ਗਾਂਧੀ ਨੂੰ ਕਤਲ ਕਰਨ ਦਾ ਮੁਕੱਦਮਾ ਚੱਲਿਆ, ਜਿਸ ਤਹਿਤ ਉਹਨਾਂ ਦੀ ਸ਼ਹੀਦੀ ਹੋਈ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੇ ਬਾਖੂਬੀ ਸਜ਼ਾ ਦਿੱਤੀ। ਇਸ ਕੇਸ ਦੇ ਵਿੱਚ ਸਾਜ਼ਿਸ਼ ਵਜੋਂ ਭਾਈ ਕੇਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ। ਅੱਜ ਜਿਹੜੀ ਗੱਲਬਾਤ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਇਹ ਬਾਪੂ ਤਰਲੋਕ ਸਿੰਘ ਦੇ ਉੱਤੇ ਆਧਾਰਿਤ ਹੈ। ਬਾਪੂ ਤਰਲੋਕ ਸਿੰਘ ਮਈ 2015 ਚ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਪੂਰੇ ਹੋਣ ਤੋਂ ਕੁਝ ਮਹੀਨਾ ਪਹਿਲਾਂ ਇਹ ਗੱਲਬਾਤ ਕੀਤੀ ਗਈ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਜੂਨ 1984 ਅਤੇ 31 ਅਕਤੂਬਰ 1984 ਦੇ ਵਿਚਾਰ ਵਾਲਾ ਸਮਾਂ ਸਿੱਖਾਂ ਲਈ ਬਹੁਤ ਸਦਮੇ ਭਰਿਆ ਸੀ। ਜਦੋਂ ਬਾਪੂ ਤਰਲੋਕ ਸਿੰਘ ਨੂੰ ਇਹ ਪੁੱਛਿਆ ਗਿਆ ਕਿ ਇਸ ਸਮੇਂ ਦੌਰਾਨ ਭਾਈ ਸਤਵੰਤ ਸਿੰਘ ਜਦੋਂ ਪਰਿਵਾਰ ਨੂੰ ਮਿਲਣ ਆਏ ਸਨ ਤਾਂ ਉਹਨਾਂ ਨੇ ਇੰਦਰਾ ਗਾਂਧੀ ਬਾਰੇ ਕੀ ਗੱਲ ਕੀਤੀ ਸੀ। ਦੋਵੇਂ ਭਰਾ ਪ੍ਰਸ਼ਾਦਾ ਛਕਦੇ ਸੀ। ਇਹ ਵੱਡੇ ਨੇ ਕਿਹਾ ਕਿ ਮੈਂ ਗਿਆ ਕਾਂਗਰਸੀਆਂ ਬੰਦਿਆਂ ਨਾਲ ਤੇ ਮੈਂ ਬਕਰਮਾ ਕਰਕੇ ਆਇਆ ਹਰਮੰਦਰ ਸਾਹਿਬ, ਤੇ ਉਹਨੂੰ ਆਂਦਾ ਵੀ ਤੂੰ ਕਿੱਦਾਂ ਬਕਰਮਾ ਕਰ ਆਇਆ ਵੀਰ, ਮੇਰੇ ਕੋ ਨਹੀਂ ਹੋਈਆਂ। ਤੇ ਉਦੋਂ ਉਹਦੇ ਮਨ ਤੇ ਉਹ ਅਸਰ ਜਿਹੜਾ ਉਹ ਹੋ ਗਿਆ ਸੀ ਜੀ। ਤੇ ਮੈਨੂੰ ਆਂਦਾ ਵੀ ਡੈਡੀ ਉਹਨੂੰ ਕਿਸੇ ਮਾਰ ਦੇਣਾ ਰੰਡੀ ਨੂੰ, ਤੇ ਤੈਨੂੰ ਪੁੱਛ ਗਿੱਛ ਹੋਣੀ ਆ। ਭੈਣਾਂ ਨੂੰ ਆਂਦਾ 30-31 ਨੂੰ ਦਾਦੀ ਮਾਂ ਕੋ ਚਲੀਆਂ ਜਾਇਓ। ਇਹੋ ਜਿਹੀਆਂ ਗੋਲ ਗੱਲਾਂ ਕਰਦਾ ਤੇ ਸੱਜਣਾ ਮਿੱਤਰਾਂ ਨੂੰ ਤੇ ਸਿੱਧੇ ਹੀ ਤੀਰ ਮਾਰ ਗਿਆ ਵੀ ਜਾਂਦਿਆਂ ਗੁਰੂ ਨੇ ਕਿਰਪਾ ਕੀਤੀ ਤਾਂ ਹਾਂ ਤੋਰ ਦੇਣੀ ਆ। ਅੱਛਾ, ਇਹ ਗੱਲਾਂ ਸੱਜਣਾ ਕੋ ਬਾਅਦ ਚ ਸੁਣੀਆਂ ਵੀ ਜਦੋਂ ਉਹਦੀ ਮੌਤ ਹੋ ਗਈ ਆ ਤੇ ਮੈਨੂੰ ਲੋਕਾਂ ਨੇ ਦੱਸਿਆ ਵੀ ਇੰਦਰਾ ਮਰ ਗਈ ਆ, ਤੇ ਮੈਂ ਆਖਿਆ ਯਾਰ ਉੱਥੇ ਡਿਊਟੀ ਆ ਉਹਦੀ, ਤੇ ਉਹ ਆਂਦੇ ਨੇ ਫਿਰ ਉਹਦਾ ਹੀ ਕੰਮ ਹੀ। ਇਹ ਸੱਜਣਾ ਉਹਦਿਆਂ ਨੇ ਜਿਨ੍ਹਾਂ ਨਾਲ ਗੱਲਾਂ ਕਰਦਾ ਸੀ ਉਹਨਾਂ ਮੈਨੂੰ ਦੱਸੀਆਂ। ਅਸੀਂ ਉਸ ਮੌਕਾ ਤੇ ਘਬਰਾਉਂਦੇ ਹੀ ਸੀ ਨਾ, ਉਹ ਮੌਕਾ ਅਸੀਂ ਫਰਾਕ ਦਿਲ ਦੀਆਂ ਗੱਲਾਂ ਕਰੀਏ ਤੇ ਅਸੀਂ ਆਂਦੇ ਹਾਂ ਵੀ ਕਤਲ ਤੇ ਆਮ ਹੀ ਮਾੜਾ, ਤੇ ਜਿਹੜੀ ਪ੍ਰਾਈਮ ਮਿਨਿਸਟਰ ਮਾਰੀ ਆਏ ਤੇ ਸਾਡੇ ਫਿਰੇ ਸਾਰੇ ਜੀ ਮਾਰ ਦੇਣਗੇ ਜੀ। ਪੁਲਿਸ ਦਾ ਪਹਿਰਾ ਹੀ ਸਾਡੇ ਘਰ ਸੀਲ ਹੋਇਆ ਸੀ। ਘਰ ਅਸੀਂ ਬਾਹਰ ਸੀ, ਬੱਚੇ ਮੇਰੇ ਬਾਹਰ ਲੁਕੇ ਛੁਕੇ ਫਿਰਦੇ ਸੀ। ਮੈਂ ਪਿੰਡ 'ਚ ਰਹਿੰਦਾ ਸੀ, ਮਈਆਂ ਸੀ, ਮਈਆਂ ਨੂੰ ਪੱਠਾ ਡੱਕਾ ਪਾਉਣਾ ਜੀ, ਮੈਂ ਇੱਥੇ ਹੀ ਸੀਗਾ।
ਜਨਵਰੀ 1985 ਤੋਂ ਸ਼ੁਰੂ ਹੋ ਕੇ ਜਨਵਰੀ 1999 ਤੱਕ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਦੇ ਨਾਲ ਉਹਨਾਂ ਦੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ। ਬਾਪੂ ਤਰਲੋਕ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰ ਉਹਨਾਂ ਨੂੰ ਜਾ ਕੇ ਦਿੱਲੀ ਵਿੱਚ ਮਿਲਦੇ ਰਹੇ। ਉਹ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਸਨ। ਉਹਨਾਂ ਦੇ ਨਾਲ ਸ਼ਹੀਦ ਭਾਈ ਕੇਰ ਸਿੰਘ ਵੀ ਨਜ਼ਰਬੰਦ ਸਨ। ਇਹਨਾਂ ਮੁਲਾਕਾਤਾਂ ਦੇ ਦੌਰ ਬਾਰੇ ਜਦੋਂ ਬਾਪੂ ਤਰਲੋਕ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਤਰ੍ਹਾਂ ਜਵਾਬ ਦਿੱਤਾ। ਹਫ਼ਤੇ 'ਚ ਇੱਕ ਵਾਰੀ ਮਿਲ ਦਿੰਦੇ ਸੀ, 4 ਹਫ਼ਤੇ ਹੁੰਦੇ, ਮਹੀਨੇ ਦੇ 4 ਮੁਲਾਕਾਤਾਂ ਹੋ ਜਾਂਦੀਆਂ ਸੀ। ਇਹ ਜਦੋਂ ਉਹਨਾਂ ਸਿਪਾਹੀ ਨੂੰ, ਉਹਨੂੰ ਹੌਲਦਾਰ ਨੂੰ ਠੋਕਿਆ, ਉਦੋਂ ਉਹਨਾਂ ਬੰਦ ਕੀਤੀ ਸਾਡੀ 40 ਦਿਨ, ਨਹੀਂ ਤੇ ਸਦਾ ਹੀ ਮਿਲਦੇ ਰਹੇ ਅਸੀਂ। ਤੇ ਮੈਂ ਉਹਨੂੰ ਆਖਿਆ ਵੀ ਖਿੱਝ ਨਾ, ਹੁਣ ਇਹਨਾਂ ਨੂੰ ਮਾਰਨਾ। ਆਂਦਾ ਵੀ ਇਹ ਕਿਉਂ ਬੀੜੀ ਪੀਂਦੇ, ਸਾਡੀ ਮਰਿਆਦਾ ਭੰਗ ਕਰਦੇ ਨੇ, ਇਹ ਮੇਰੇ ਕੋ ਹੱਥ ਧੋ ਕੇ ਆ ਕਰਨ। ਬੀਬੀ ਸੁਰਿੰਦਰ ਕੌਰ ਅਗਵਾਨ ਸ਼ਹੀਦ ਭਾਈ ਸਤਵੰਤ ਸਿੰਘ ਦੇ ਮੰਗੇਤਰ ਸਨ ਅਤੇ ਉਹਨਾਂ ਨੇ ਸ਼ਹੀਦ ਭਾਈ ਸਤਵੰਤ ਸਿੰਘ ਦੀ ਧਰਮਪਤਨੀ ਵਜੋਂ ਤਸਵੀਰ ਦੇ ਨਾਲ ਆਨੰਦ ਕਾਰਜ ਕੀਤਾ ਸੀ। ਉਹਨਾਂ ਦੀਆਂ ਮੁਲਾਕਾਤਾਂ ਤੇ ਆਨੰਦ ਕਾਰਜ ਬਾਰੇ ਬਾਪੂ ਤਰਲੋਕ ਸਿੰਘ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਵਿਚਾਰ ਸਾਂਝੇ ਕੀਤੇ। ਬੀਬੀ ਜੀ ਦੇ ਆਨੰਦ ਕਾਰਜ ਦੀ ਸ਼ੁਰੂਆਤ ਇੱਥੋਂ ਹੀ ਹੁੰਦੀ ਆ ਵੀ ਉਹ ਮੈਨੂੰ ਆਂਦਾ ਸੀ ਮੈਂ ਮਿਲਣ ਜਾਣਾ ਮਾਰਨ ਤੋਂ ਪਹਿਲਾਂ, ਤੇ ਮੈਂ ਉਹਨੂੰ ਰੋਕਿਆ ਪਰ ਮਿਲ ਕੇ ਆਇਆ ਉਹ। ਤੇ ਮੈਂ ਇੱਕ ਦਿਨ ਮੁਲਾਕਾਤ ਤੇ ਉਹਨੂੰ ਕਿਹਾ ਵੀ ਤੇਰਾ ਹੁਣ ਜੀ ਕਰਦਾ ਤੈਨੂੰ ਮਿਲਾਈਏ, ਤੇ ਉਹਨੇ ਕਿਹਾ ਵੀ ਕਿੱਦਾਂ ਕੁਆਰੇ ਮੰਗ ਚਾਹੇਗੀ। ਮੈਂ ਕਿਹਾ ਆ ਜਾਏਗੀ। ਜੇ ਉਹਨੇ ਮੁਲਾਕਾਤਾਂ 2 ਵਿਚਾਰੀ ਨੇ ਪਾ ਲੀਆਂ ਤੇ ਉਹਨਾਂ ਨੂੰ ਦੁਸ਼ਮਣਾਂ ਨੂੰ ਪਤਾ ਲੱਗ ਗਿਆ ਵੀ ਇਹ ਮੰਗੇਤਰ ਆ, ਜੇ ਸ਼ਾਦੀ ਨਹੀਂ ਹੋਈ, ਤੇ ਉਹ ਉਹਦੀ ਮੁਲਾਕਾਤ ਬੰਦ ਕਰਦੇ ਨੇ। ਤੇ ਉਹ ਮੈਨੂੰ ਆਂਦੀ ਪਾਪਾ ਜੀ ਵੱਡੇ ਮੁੰਡੇ ਦੀ ਉਹ ਮਤਲਬ ਅਸਾਲੀ ਲੱਗਦੀ ਸੀ, ਮਾਸੀ ਦੀ ਧੀ। ਉਹ ਆਂਦੀ ਵੀ ਮੈਨੂੰ ਡੈਡੀ ਜੀ ਵਿਆਹ ਕੇ ਲੈ ਜਾਓ, ਮੈਂ ਮਿਲਦੀ ਤੇ ਰਹਾਂਗੀ। ਤੋਂ ਮੈਂ ਅਕਾਲ ਤਖਤ ਸਾਹਿਬ ਤੇ ਜਹੇਦਾਰਾਂ ਕੋ ਗਿਆ ਵੀ ਮੈਂ ਤੇ ਅੱਗੇ ਕਬਾਲ ਨਹੀਂ ਦੇਣ ਦਿੱਤਾ, ਮੈਂ ਇਸ ਗੱਲ ਤੋਂ ਵੀ ਹੀਣਾ। ਤੇ ਹੁਣ ਇਹ ਪੁੱਛੀਏ ਵੀ ਸਾਡੀ ਮਰਿਆਦਾ ਜਿੱਦਾਂ ਵਿਆਹ ਹੋ ਜਾਂਦਾ, ਜੇ ਹੋ ਜਾਂਦਾ ਤੇ ਕਰੀਏ। ਇਹ ਅਕਾਲ ਤਖਤ ਦੇ ਜਹੇਦਾਰ 5 ਜਹੇਦਾਰਾਂ ਨੇ ਸਾਨੂੰ ਪ੍ਰਵਾਨਗੀ ਦਿੱਤੀ। ਅਸੀਂ 11 ਬੰਦੇ ਖੜ ਕੇ ਉਹਦੇ ਨਾਲ ਗੱਲ ਕੀਤੀ। ਉਹਨੇ ਯੂਰੀਆ ਗਲ ਚ ਪਾ ਕੇ ਅੰਦਰ ਅਰਦਾਸ ਕਰਕੇ ਕਿਹਾ ਡੈਡੀ ਜੀ ਇਹਦੇ ਨਾਲ ਉਹਦੀ ਕੰਨੀ ਕੱਢ ਦਿਓ ਤੇ ਮਹਾਰਾਜ ਦੇ ਦਾਲੇ ਵਿਕਰਮਾ ਕਰਿਓ, ਗੁਰੂ ਗ੍ਰੰਥ ਸਾਹਿਬ ਦੇ ਨਾਲ ਹੁੰਦਿਆਂ ਆਨੰਦ ਕਾਰਜ ਕਰਿਓ ਉਹਨਾਂ ਦੀ ਗਵਾਹੀ ਚ। ਇਵੇਂ ਹੀ ਅਸੀਂ 11 ਬੰਦੇ ਗਏ, ਉਹਨੂੰ ਵਿਆਹ ਕੇ ਲਾਏ। ਪਰ ਉਹਦੀ ਮੁਲਾਕਾਤ ਉਹਨਾਂ ਪਾਪੀਆਂ ਨੇ ਆਖਰੀ ਮੁਲਾਕਾਤ ਤੇ ਵੀ ਨਹੀਂ ਕਰਨ ਦਿੱਤੀ। ਮੈਂ ਆਈ ਜੀ ਨਾਲ ਬਹੁਤ ਲੜਿਆ ਵੀ ਤੂੰ ਸਾਨੂੰ ਰੋਣ ਲਈ ਸੱਦਿਆ, ਅਸੀਂ ਰੋਵਾਂਗੇ ਅੰਦਰ ਵੜ ਕੇ, ਤੇਰੇ ਮੋਹਰੇ ਨਹੀਂ ਰੋਣਾ। ਆਖਰੀ ਖਾਸ਼ਾਂ ਤੇ ਅੰਗਰੇਜ਼ ਵੀ ਪੂਰੀਆਂ ਕਰਦਾ ਤੇ ਤੂੰ ਅਸੀਂ ਹਿੰਦੁਸਤਾਨ 'ਚ ਰਹਿਣ ਆਏ ਆ, ਤੂੰ ਬਹੁਤ ਮਾੜੀ ਕੀਤੀ ਆ। ਜਦੋਂ ਮੈਂ ਮੁਲਾਕਾਤ ਤੇ ਗਿਆ ਕੁਛ ਚਿਰ ਉਹਦੇ ਨਾਲ ਝਗੜ ਕੇ, ਤੇ ਸਾਧ ਸੰਗਤ ਜੀ ਮੇਰੇ ਜਾਂਦਿਆਂ ਨੂੰ ਬਾਣੀ ਪੜ੍ਹ ਰਿਹਾ ਸੀ ਤੇ ਮੇਰੇ ਨਾਲ ਵਚਨ ਤੇ ਪਹਿਲਾਂ ਹੀ ਕਰਦਾ ਹੁੰਦਾ ਸੀ ਵੀ ਉਦਣ ਤੂੰ ਜਨਕਾਰੇ ਛੱਡਣੇ ਨੇ। 10ਵੇਂ ਪਾਤਸ਼ਾਹ ਨੇ ਵੱਡਾ ਸਾਹਿਬਜ਼ਾਦਾ ਸ਼ਹੀਦ ਹੋਣ ਤੇ ਛੱਡੇ ਸੀ ਤੇ ਉਹਦੇ ਦੱਸੇ ਮਾਰਗ ਤੇ ਚੱਲਣਾ। ਮੈਨੂੰ ਜਦੋਂ ਮੈਂ ਜਾ ਕੇ ਫਤਿਹ ਬੁਲਾਈ ਆ, ਆਂਦਾ ਮੇਰੇ ਵਾਅਦੇ ਯਾਦ ਨੇ। ਮੈਂ ਕਿਹਾ ਯਾਰ ਕੋਈ ਵਾਅਦਾ ਨਹੀਂ ਯਾਦ। ਆਂਦਾ ਵੀ ਜਨਕਾਰੇ ਛੱਡਣੇ ਪਹਿਲੇ ਨੰਬਰ ਤੇ। ਮੈਂ ਕਿਹਾ ਮੈਂ ਖਰੇ ਅੱਜ ਕੰਧਾਂ ਫੜ ਫੜ ਕੇ ਜਾਣਾ, ਤੂੰ ਆਂਦਾ ਜਨਕਾਰੇ ਛੱਡਣੇ ਨੇ। ਆਂਦਾ ਵੀ ਨਹੀਂ ਜ਼ਰੂਰ ਛੱਡਣੇ ਨੇ, ਮਹਾਰਾਜ ਦੇ ਦੱਸੇ ਮਾਰਗ ਤੇ ਆਹ ਚੱਲਣਾ। ਮੇਰੀ ਸਿੱਖ ਕੌਮ ਨੂੰ ਫਤਿਹ ਬੁਲਾਈ। ਕਮਾਦਾਂ 'ਚ ਜਾ ਕੇ ਕਈ ਮੁੰਡਿਆਂ ਨੂੰ ਨਿਰਦੋਸ਼ੀਆਂ ਦੇ ਕਤਲ ਨਾ ਕਰਨ। ਜੇ ਮੈਂ ਮਾਰੀ ਆ ਤੇ ਮੈਂ ਫਾਇਲ ਲੱਗ ਗਿਆ, ਮੈਨੂੰ ਕੋਈ ਹਿਰਖ ਨਹੀਂ। ਮੈਂ ਜੇ ਮੇਰੇ ਗੁਰੂ ਘਰ ਨਾਲ ਕੋਈ ਵਾਅਦਾ ਕਰੇ ਤੇ ਮੈਂ ਬਾਰ-ਬਾਰ ਜਨਮ ਲਾਂ। ਇਹ ਗੱਲਾਂ ਵਕੀਲ ਨਾਲ ਵੀ ਉਹਨ ਕੀਤੀਆਂ ਨੇ ਤੇ ਤੂੰ ਮੇਰਾ ਵਕੀਲ ਹੋਏ ਤੇ ਮੈਂ ਬਾਰ-ਬਾਰ ਇਹਨਾਂ ਦੁਸ਼ਮਣਾਂ ਨੂੰ ਇਹਨਾਂ ਨੂੰ ਸੋਚਦਾ ਰਹਾਂ। ਇਹ ਗੱਲਾਂ ਕਰਕੇ ਤੇ ਉਹਨੇ ਆਖਿਆ ਤੈਨੂੰ ਸਿੱਖ ਸੰਗਤਾਂ ਸੱਦਿਆ ਕਰਨਾ ਹੀ ਕਿ ਤੂੰ ਮੇਰੀ ਫਤਿਹ ਬੁਲਾ ਕਰਨੀ। ਬੇਨਤੀ ਕਰਦਾ ਕਿ ਭਾਈ ਸਾਹਿਬ ਦੀ ਫਤਿਹ ਹੁਣ ਵੀ ਤੁਸੀਂ ਸਿੱਖ ਸੰਗਤਾਂ ਨਾਲ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਪਾਂ ਸ਼ੁਰੂ 'ਚ ਇਹ ਸਵਾਲ ਕੀਤਾ ਸੀ ਕਿ ਕੀ ਬੀਬੀ ਸੁਰਿੰਦਰ ਕੌਰ ਜੀ ਭਾਈ ਸਤਵੰਤ ਸਿੰਘ ਨਾਲ ਜੇਲ੍ਹ ਵਿੱਚ ਮੁਲਾਕਾਤਾਂ ਕਰਨ 'ਚ ਸਫਲ ਹੋਏ ਸਨ? ਹੋਏ ਸਨ। 2 ਮੁਲਾਕਾਤਾਂ ਹੋਈਆਂ ਸੀ ਉਹਨਾਂ ਦੀਆਂ, ਬਾਅਦ 'ਚ ਨਹੀਂ ਉਹਨਾਂ। ਉਹ ਕਿੰਨੇ ਸਮੇਂ ਦੀ ਮੁਲਾਕਾਤ ਕਰਨ ਦਿੰਦੇ ਸੀ ਉਦੋਂ? ਉਹ 8 ਦਿਨ ਦੀ ਕਰਨ ਦਿੰਦੇ ਸੀ। ਜੇ ਸ਼ਨੀਚਰਵਾਰ ਜਾ ਕੇ ਅਸੀਂ ਕਰ ਲੈਂਦੇ ਸੀ ਨਾ ਤੇ ਸੋਮਵਾਰ ਰਹਿ ਕੇ ਤੇ ਐਤਵਾਰ ਫੇਰ ਕਰ ਲੈਂਦੇ ਸੀ। 10 ਮਿੰਟ ਦੀ ਉਹ ਕਰਾਉਂਦੇ ਸੀ। ਕਰਾਉਂਦੇ ਸਮਾਂ 10 ਮਿੰਟ ਦਾ 15 ਦਾ ਹੁੰਦਾ ਸੀ। ਸ਼ਹੀਦ ਭਾਈ ਸਤਵੰਤ ਸਿੰਘ ਦਾ ਸਿੱਖੀ ਮਨੋਬਲ ਸੁਣਦਿਆਂ ਰੌਂਗਟੇ ਖੜੇ ਹੋ ਜਾਂਦੇ ਹਨ। ਜਿਸ ਸ਼ਾਨ ਦੇ ਨਾਲ ਉਹ ਸ਼ਹੀਦੀ ਵੱਲ ਵਧ ਰਹੇ ਸਨ,
ਉਹਨਾਂ ਨੇ ਆਪਣੇ ਪਿਤਾ ਜੀ ਨੂੰ ਵੀ ਉਸ ਸ਼ਾਨ ਦੇ ਨਾਲ ਪ੍ਰੇਰਿਆ। ਬਾਪੂ ਤਰਲੋਕ ਸਿੰਘ ਨੂੰ ਜਦ ਇਹ ਪੁੱਛਿਆ ਗਿਆ ਕਿ ਜਦੋਂ ਤੁਸੀਂ ਆਪਣੇ ਸ਼ਹੀਦ ਹੋਣ ਜਾ ਰਹੇ ਪੁੱਤ ਨਾਲ ਮੁਲਾਕਾਤ ਕਰਕੇ ਆਉਂਦੇ ਸੋ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ ਸੀ? ਉਹਨਾਂ ਨੇ ਜਿਹੜੇ ਹਾਵ ਭਾਵ ਸਾਂਝੇ ਕੀਤੇ ਉਹ ਇਸ ਤਰ੍ਹਾਂ ਦੇ। 10ਵੇਂ ਪਾਤਸ਼ਾਹ ਦੀ ਸਾਡੇ ਤੇ ਮਿਹਰ ਭਰਿਆ ਹੱਥ ਸੀ। ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਤੇ ਖੁਸ਼ੀ ਸਮਝਦੇ ਸੀ ਕਿ ਅਸੀਂ ਪੁੱਤਰ ਨਾਲ ਗੱਲਾਂ ਕਰਕੇ ਆਏ ਆ। ਪੁੱਤਰ ਕਈ ਵਾਰੀ ਉਹਦੀ ਰੋਟੀ ਇਕੱਲੇ ਦੀ ਬਣਦੀ ਸੀ, ਕਈ ਵਾਰੀ ਉਹ ਰੋਟੀ ਵੀ ਖਵਾ ਦਿੰਦਾ ਸੀ ਮੈਨੂੰ, ਡੈਡੀ ਮੇਰੀ ਰੋਟੀ ਖਾ ਕੇ ਵੇਖ ਜੀ। ਤੇ ਅਸੀਂ ਫੇਰ ਆਸ ਰੱਖਦੇ ਹਾਂ ਪਿੱਠਾਂ ਦੇਣਾ ਨੂੰ ਆਹ ਫੇਰ ਮਿਲ ਲੈਣਾ। ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ। ਚੜ੍ਹਦੀ ਕਲਾ 'ਚ ਰਹੇ। ਸ਼ਹੀਦ ਭਾਈ ਸਤਵੰਤ ਸਿੰਘ ਜਦ ਦਿੱਲੀ ਪੁਲਿਸ ਦੇ ਵਿੱਚ ਭਰਤੀ ਹੋਣ ਜਾ ਰਹੇ ਸਨ ਤਾਂ ਉਸ ਵੇਲੇ ਦੇ ਪਲਾਂ ਨੂੰ ਬਾਪੂ ਤਰਲੋਕ ਸਿੰਘ ਨੇ ਕੁਝ ਇਹ ਲਫ਼ਜ਼ ਦਿੱਤੇ। ਉਹ ਮੈਂ ਇੱਕ ਗੱਲ ਕੁਦਰਤ ਦੀ ਗੱਲ ਦੱਸਣਾ ਵੀ ਜਿਵੇਂ ਕਿਆ ਕਰੇ ਕਰਾਵੇ ਆਪੇ ਆਪ, ਮਾਨਸ ਦੇਹ ਦੇ ਨਹੀਂ ਕੋਈ ਹੱਥ। ਆਪ ਹੀ ਅਖਬਾਰ ਚ ਪੜਿਆ ਜੋਦੇ ਨੇ ਵੀ ਨਾਨਕ ਮਤੇ ਦਿੱਲੀ ਪੁਲਿਸ ਦੀ ਭਰਤੀ ਆ, ਤੇ ਆਪ ਹੀ ਇੱਕ ਮੁੰਡੇ ਨੂੰ ਨਾਲ ਲੈ ਕੇ ਚਲਾ ਗਿਆ। ਉਹ ਮੁੰਡਾ ਰਹਿ ਗਿਆ। ਇਹਦੀ ਕਬੱਡੀ ਦੀ ਇਹਦੇ ਕੋਲ ਸਰਟੀਫਿਕੇਟ ਸੀਗੇ, ਸਿਹਤ ਚੰਗੀ ਸੀ, ਜਾਂ ਇਹ ਕੁਦਰਤ ਨੇ ਖੇਡਾਂ ਹੀ ਇਦਾਂ ਕਰਨੀਆਂ ਸੀ, ਇਹ ਸਿਲੈਕਟ ਹੋ ਗਿਆ। ਇਸ ਗੱਲ ਦਾ ਮੈਨੂੰ ਪਤਾ। ਬਾਪੂ ਤਰਲੋਕ ਸਿੰਘ ਨੂੰ ਪੁੱਛਿਆ ਗਿਆ ਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਤੁਸੀਂ ਕਿਹੋ ਜਿਹਾ ਮਹਿਸੂਸ ਕੀਤਾ ਤੇ ਉਸ ਵੇਲੇ ਦੇ ਹਾਲਾਤ ਕਿਵੇਂ ਦੇ ਸਨ? ਮੈਂ ਕਿਸੇ ਪਿੰਡ ਕਿਰਾਏ ਤੇ ਕਰਾਹ ਫੇਰਦਾ ਸੀ ਟਰੈਕਟਰ ਨਾਲ। ਉਸ ਪਿੰਡ ਦੇ ਲੋਕਾਂ ਨੇ ਦੱਸਿਆ ਤੇ ਮੈਂ ਉੱਥੇ ਜ਼ਿਕਰ ਕੀਤਾ, ਤੇ ਜਿਹੜੇ ਉਹਦੇ ਸੱਜਣ ਸੀ ਉਹਨਾਂ ਬੋਤਲਾਂ ਹੱਥ 'ਚ ਫੜੀਆਂ ਸੀ ਤੇ ਉਹ ਆਂਦੇ ਸੀ ਵੀ ਆਪਣੇ ਯੋਧੇ ਦਾ ਹੀ ਕੰਮ ਹੀ। ਮੈਂ ਉਹਨੂੰ ਆਖਿਆ ਜੇ ਉਹਦਾ ਕੰਮ ਹੁੰਦਾ ਮੈਨੂੰ ਪੁਲਿਸ ਨੇ ਇੱਥੇ ਕਿੱਥੇ ਖਲੋਣ ਦੇਣਾ। ਇਹ ਮੈਂ ਉਸ ਪਿੰਡ 'ਚੋਂ ਸੁਣ ਕੇ ਆਇਆ। ਹਰੂਵਾਲ ਪਿੰਡ ਆ ਮੇਰੇ ਲਾਗੇ। ਘਰਦਿਆਂ ਨੂੰ ਕੋਈ ਪਤਾ ਨਹੀਂ, ਇਹ ਪਿੰਡ 'ਚ ਕੋਈ ਪਤਾ ਨਹੀਂ ਕੀ ਹੋਇਆ ਜਾਂ ਕੀ ਨਹੀਂ ਹੋਇਆ। ਮੇਰੇ ਨਾਂ ਦੇ ਬੰਦੇ ਚੁੱਕ ਚੁੱਕ ਕੇ ਠਵਾਲਾਂ ਦੇ ਲਈ ਗਏ ਨੇ। ਸ਼ਾਇਦ ਡਰੱਸ ਸਹੀ ਨਹੀਂ ਸੀ। ਮੈਨੂੰ ਅਗਲੇ ਦਿਨ ਸਵੇਰੇ ਘਰ ਨਲਕੇ ਤੇ ਨਹਾਉਂਦੇ ਨੂੰ ਫੜ ਕੇ ਖੜਿਆ ਪੁਲਿਸ ਨੇ। ਅੱਛਾ ਜੀ। ਤੁਹਾਂ ਦੇਸ਼ ਬਰਬਾਦ ਕਰ ਦਿੱਤਾ। ਮੈਂ ਆਖਿਆ ਵੀ ਮੈਨੂੰ ਨਹੀਂ ਪਤਾ। ਮੈਨੂੰ ਜਦੋਂ ਮਾਰ ਕਟਾਈ ਕਰਨ ਲੱਗੇ ਸੀ ਮੈਂ ਆਖਿਆ ਵੀ ਮੈਨੂੰ ਜੇ ਪਤਾ ਹੁੰਦਾ ਤਾਂ ਮੈਂ ਨਲਕੇ ਤੇ ਥੋੜਾ ਤੁਹਾਨੂੰ ਮਿਲਣਾ ਸੀ, ਮੈਂ ਤੁਹਾਡੇ ਅੱਗੇ ਭੱਜਣਾ ਸੀ, ਫੜ ਤੇ ਤੁਹਾਂ ਲੈਣਾ ਸੀ, ਪਰ ਮੈਨੂੰ ਨਹੀਂ ਪਤਾ ਉੱਥੇ ਕੀ ਹੋਇਆ। ਜੀ। ਤੇ ਬਾਪੂ ਜੀ ਤੁਹਾਨੂੰ ਫਿਰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਕਿੰਨਾ ਚਿਰ ਰੱਖਿਆ? ਛੇਤੀ ਮਤਲਬ ਵੀ ਜਦੋਂ ਅੱਗ ਲੱਗ ਗਈ, ਦਿੱਲੀ ਸਾੜ ਫੂਕ ਹੋਣ ਦਾ ਪਿਆ, ਤਾਂ ਉਹਨਾਂ ਮੈਨੂੰ ਦਿੱਲੀ ਖੜਨਾ ਸੀਗਾ ਨਾਲ ਜੀ। ਤੇ ਉਹ ਫਿਰ ਇੱਥੇ ਛੱਡ ਗਏ, ਇਸ ਪੁਲਿਸ ਨੂੰ ਦੇ ਗਏ। ਇਸ ਪੁਲਿਸ ਨੇ ਮੇਰੀ ਜ਼ਮਾਨਤ ਲਾ ਲਈ ਜੀ। ਫਿਰ ਚੈੱਕ ਕਰਨ ਇੱਥੇ ਆਉਂਦੇ ਰਹੇ ਨੇ। ਰੋਜ਼ ਆ ਜਾਣਾ, 2 ਵਾਰੀ ਦਿਹਾੜੀ ਚ ਆ ਜਾਣਾ। ਮੈਂ ਘਰੇ ਹੀ ਹੁੰਦਾ ਸੀ। ਜੀ। ਸ਼ਹਾਦਤ ਸ਼ਹੀਦ ਦੀ ਮੰਜ਼ਿਲ ਹੋਇਆ ਕਰਦੀ ਹੈ। ਸ਼ਹਾਦਤ ਵੱਲ ਵਧ ਰਹੇ ਭਾਈ ਸਤਵੰਤ ਸਿੰਘ ਨੇ ਆਪਣੇ ਪਿਤਾ ਜੀ ਨਾਲ ਕੁਝ ਬਹੁਤ ਖਾਸ ਗੱਲਾਂ ਕੀਤੀਆਂ, ਜਿਸ ਵਿੱਚ ਭਾਰਤੀ ਜੁਡੀਸ਼ਰੀ ਦਾ ਜ਼ਿਕਰ ਸ਼ਾਮਲ ਹੈ। ਇਹ ਸਾਰੀਆਂ ਹੀ ਸਤਵੰਤ ਸਿੰਘ ਦੀਆਂ ਦੇਣਾ ਤੇ ਸਤਿਗੁਰ ਦੀਆਂ ਨੇ। ਮੈਂ ਇਹ ਨਹੀਂ ਯੋਗਾ ਨਹੀਂ ਹਾਂ ਜੋ ਕੁਝ ਜੋ ਕਰਕੇ ਤੇ ਜੋ ਹੌਸਲੇ ਨਾਲ ਮੇਰਾ ਦਿਲ ਮਜ਼ਬੂਤ, ਮੈਨੂੰ ਗੱਲਾਂ ਕਰ ਕਰਕੇ ਮੁਲਾਕਾਤਾਂ ਤੇ ਮੇਰੇ ਨਾਲ ਵਾਅਦੇ ਕਰਦਾ ਸੀ। ਪਹਿਲਾਂ ਤੇ ਕੇਸ ਹੀ ਨਹੀਂ ਕਰਨ ਦਿੱਤਾ। ਕੇਸ ਉਹਦੇ ਤੋਂ ਮੈਂ ਜ਼ਬਤ ਕੀਤਾ ਸੀ। ਕੇਸ ਤੋਂ ਬਾਅਦ ਕਮਾਲ ਤੇ ਬੜਾ ਚਿਰ ਲੜਦਾ ਰਿਹਾ ਵੀ ਮੈਨੂੰ ਕਹਿਣ ਦੇ ਮੈਂ ਮਾਰੀ ਆ। ਮੈਂ ਤਾਂ ਵੀ ਆਖਿਆ ਵੀ ਨਾ ਏਦਾਂ ਕਰ, ਮੁੰਡੇ ਮੇਰੇ ਕੰਨਾਂ 'ਚ ਫੂਕਾ ਮਾਰਦੇ ਨੇ ਵੀ ਤੈਨੂੰ ਕਢਾ ਲਾਂਗੇ, ਰਜੀਬ ਦੇ ਬੱਚੇ ਚੁੱਕ ਲਾਂਗੇ। ਤੇ ਮੈਂ ਉਹਨੂੰ ਕਮਾਲ ਨਹੀਂ ਦੇਣ ਦਿੱਤਾ। ਪਰ ਜਿਸ ਜੱਜ ਕੋ ਇਨਸਾਫ ਲੈਣਾ ਸੀ, ਜੱਜ ਕੁਰਸੀ ਤੋਂ ਥੱਲੇ ਖਲੋ ਕੇ ਉਹਨੂੰ ਆਂਦਾ ਮੇਰੇ ਵਕੀਲ ਨੂੰ ਤੂੰ ਉਹਨਾਂ ਦੇ ਚਲੇ ਜਾਣਾ, ਮੈਂ ਇਹਦਾ ਬਗੈਰ ਗਵਾਹੀਆਂ ਤੋਂ ਹੁਕਮ ਦੇ ਸਕਣਾ ਇਹ ਕੇਸ ਦਾ। ਸਤਵੰਤ ਸਿੰਘ ਨੇ ਫਿਰ ਮੇਰੇ ਵੱਲ ਇਸ਼ਾਰਾ ਕੀਤਾ ਵੀ ਆ ਜੱਜ ਕੋ ਇਨਸਾਫ ਲੈਣਾ ਨਾ, ਤੂੰ ਮੈਨੂੰ ਕਬਾਲ ਨਹੀਂ ਦੇਣ ਦਿੱਤਾ। ਤੇ ਉਸ ਮੌਕਾ ਕਬਾਲ ਦਾ ਟਾਈਮ ਜਿਹੜਾ ਉਹ ਲੰਘਿਆ ਸੀ ਜੀ। ਇਹੋ ਜਿਹੀਆਂ ਵਾਰਦਾਤਾਂ ਹੋਈਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ 184424715550 ਸ਼ਹੀਦ ਭਾਈ ਬੇਅੰਤ ਸਿੰਘ ਜੀ, ਸ਼ਹੀਦ ਭਾਈ ਸਤਵੰਤ ਸਿੰਘ ਜੀ, ਸ਼ਹੀਦ ਭਾਈ ਕੇਰ ਸਿੰਘ, ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਆ। ਕੋਈ ਗੱਲਬਾਤ ਤੁਸੀਂ ਕਰਨੀ ਚਾਹੋ ਤਾਂ 1844 247 1550। ਸਾਹਿਬ ਜਗਪਾਲ ਸਿੰਘ ਜੀ, ਲਾਈਨ ਨੰਬਰ 2। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਵੀਰ ਜੀ। ਹਾਂਜੀ ਸਿੰਘ ਸਾਹਿਬ,
ਗੁਰੂ ਸਾਹਿਬ ਨੇ ਕਿਹਾ ਚੂੰਕਾਰ ਅੱਜ ਆਮਾ ਇਹ ਤੇ ਦਰਦ ਜਸਤ ਫਲਾ ਲਸਤ ਬੁਰਦਨੇ ਬਾ ਸ਼ਮਸ਼ੀਰ ਦਸਤ। ਜਿਹੜਾ ਆਪਣੇ ਇਹ ਸਾਡੇ ਯੋਧਿਆਂ ਨੇ ਜਿਹੜਾ ਕੰਮ ਕੀਤਾ ਆ, ਇਹ ਗੱਲ ਚੰਗੀ ਤਰ੍ਹਾਂ ਸਮਝ ਉਹਨਾਂ ਨੂੰ ਵੀ ਸੀ। ਉਹ ਵੀ ਕੰਮ ਜਿਹੜਾ ਆ ਉਹਦੀ ਰਾਖੀ ਕਰਦੇ ਸੀ ਜਿੰਨੀ ਦੇਰ ਕੋਈ ਇਹੋ ਜਿਹੀ ਗੱਲ ਨਹੀਂ ਸੀ। ਤੇ ਜਦੋਂ ਗੱਲਬਾਤ ਚੱਲ ਰਹੀ ਸੀ, ਪਰ ਜਿਹੜਾ ਕੰਮ ਇਹੋ ਜਿਹਾ ਹੋ ਗਿਆ ਸੀ ਉਸ ਵੇਲੇ ਮੈਂ ਜਿੱਦਾਂ ਵੀ ਮੈਨੂੰ ਜਿੰਨਾ ਕਿ ਚੇਤੇ ਆ ਵੀ ਇਹੋ ਹੀ ਹੁੰਦਾ ਸੀ ਵੀ ਇਹ ਸਾਡੇ ਨਾਲ ਹੋ ਕੀ ਗਿਆ, ਇਹ ਦੇਸ਼ ਦੀ ਸਰਕਾਰ ਨੇ ਸਾਡੇ ਨਾਲ ਕਰ ਕੀ ਦਿੱਤਾ ਆ। ਜਿਸ ਦਿਨ ਇਹ ਗੱਲ ਹੁੰਦੀ ਆ ਤਾਂ ਉਸ ਦਿਨ ਮੈਂ ਆਪਣੇ ਬਾਬਾ ਜੀ ਨਾਲ ਮੰਡੀ ਬੈਠਾ ਸੀਗਾ, ਤਾਂ ਉੱਥੇ ਅਸੀਂ ਤੰਬੂ 'ਚ ਬੈਠੇ ਸੀ ਆੜਤੀਏ ਦੇ। ਉੱਥੇ ਬਜ਼ੁਰਗ ਆਇਆ ਤੇ ਉਹਨੂੰ ਦੱਸਿਆ ਵੀ ਆਹ ਏਦਾਂ ਗੱਲ ਹੋਈ ਆ। ਤਾਂ ਇੱਕ ਜਿੱਦਾਂ ਭਾਰ ਲਿੱਥੇ ਵਾਲੀ ਗੱਲ ਸੀ ਵੀ ਇਹ ਜਿਹੜਾ ਸਾਡੇ ਨਾਲ ਜਿਹੜਾ ਅਨਰਥ ਹੋਇਆ, ਜਿਹਨੇ ਸਾਡੇ ਨਾਲ ਏਡਾ ਵੱਡਾ ਸਗਾ ਕਮਾਇਆ ਹੈਗਾ ਆ, ਉਹਨੂੰ ਅੱਜ ਸਜ਼ਾ ਦੇ ਦਿੱਤੀ ਗਈ ਆ। ਕਿਉਂ? ਉਸ ਸਿਸਟਮ ਤੋਂ ਜਿਹੜਾ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਕਰ ਸਕਦਾ ਆ, ਉਹਨਾਂ ਤੋਂ ਕਾਹਦੇ ਇਨਸਾਫ ਦੀ ਲੋੜ ਸੀ। ਤੇ ਜਿੱਦਾਂ ਆਪਣੇ ਬਾਪੂ ਤਰਲੋਕ ਸਿੰਘ ਹੋਣੀ ਵੀ ਕਹਿੰਦੇ ਆ ਵੀ ਆਪਣੇ ਭਾਈ ਸਤਵੰਤ ਸਿੰਘ ਹੋਣੀ ਵੀ ਕਹਿੰਦੇ ਸੀ ਵੀ ਇਹਨਾਂ ਤੋਂ ਕੋਈ ਇਨਸਾਫ ਦੀ ਆਸ ਨਹੀਂ ਹੈਗੀ, ਇਹਨਾਂ ਦੇ ਮੋਹਰੇ ਕੋਈ ਗੱਲ ਕਰਨ ਦੀ ਲੋੜ ਨਹੀਂ। ਹਾਲਾਂਕਿ ਬਾਪੂ ਹੁਣੀ ਉਹਨਾਂ ਨੂੰ ਜਿਹੜਾ ਆ ਇਕਬਾਲ ਕਰਨ ਲਈ ਮਨਾਇਆ, ਪਰ ਉਹ ਨਾ ਚਾਹੁੰਦੇ ਸੀ। ਭਾਈ ਪੱਪਲਪ੍ਰੀਤ ਉਹਨਾਂ ਦੀ ਮੈਂ ਇੰਟਰਵਿਊ ਵੀ ਦੇਖੀ ਆ, ਸੋਢੀ ਸਾਹਿਬ ਨਾਲ, ਵਕੀਲ ਨਾਲ ਵੀ ਉਹਨਾਂ ਨਾਲ ਕੀਤੀ ਆ। ਤੇ ਉਹ ਵੀ ਜਿੱਦਾਂ ਵੀ ਉਹ ਗੱਲ ਕਰਦੇ ਕਰਦੇ ਉਹਨਾਂ ਚੋਂ ਜਿਹੜੀ ਭਾਵੁਕਤਾ ਝਲਕਦੀ ਆ ਉਸ ਯੋਧੇ ਦਾ, ਜਿਹੜਾ ਉਹਨੇ ਆਨੰਦ ਮਾਣਿਆ ਨਾ ਉਹਦੇ ਸਾਥ ਦਾ, ਜਦੋਂ ਉਹ ਜੇਲ੍ਹ ਵਿੱਚ ਕੇਸ ਚੱਲਦਾ ਸੀ। ਤੇ ਉਹ ਵਕੀਲ ਸਾਹਿਬ ਕਹਿੰਦੇ ਵੀ ਮੈਂ ਕਹਿੰਦਾ ਸੀ ਵੀ ਜਿਹੜਾ ਕੰਮ ਮੈਂ ਸੋਚਦਾ ਤਾਂ ਸੀ ਪਰ ਮੈਂ ਕਰਨ ਜੋਗਾ ਨਹੀਂ ਸੀ, ਉਹ ਕਰ ਦਿੱਤਾ, ਕਿੱਡਾ ਯੋਧਾ ਹੋਊਗਾ। ਸੋ ਜਿੱਦਾਂ ਧੰਨਵਾਦ ਆ ਤੁਸੀਂ ਉਹਨਾਂ ਦੀ ਗੱਲ ਕਰਦੇ ਆ। ਤੇ ਵਾਹਿਗੁਰੂ ਦੀ ਬਖਸ਼ਿਸ਼ ਨਾਲ ਬਾਪੂ ਤਰਲੋਕ ਸਿੰਘ ਉਹਨਾਂ ਨੂੰ ਵੀ ਮਿਲਣ ਦਾ ਮੌਕਾ ਜ਼ਰੂਰ ਮਿਲਿਆ। ਉਹ ਇੱਕ ਜਦੋਂ ਵੀ ਗੱਲ ਹੁੰਦੀ ਆ, ਜਦੋਂ ਵੀ ਬਾਪੂ ਜੀ ਯਾਦ ਆਉਂਦੀ ਆ, ਤਾਂ ਇੱਕ ਸਰੀਰ ਦੇ ਵਿੱਚ ਅਨੋਖੀ ਭਾਵਨਾ ਆ ਜਾਂਦੀ ਹੈ, ਇੱਕ ਘਰਨਾਹਟ ਪੈਦਾ ਹੁੰਦੀ ਆ। ਤੇ ਸਿਰਫ ਜਿਹੜਾ ਸਾਡੇ ਉਹ ਜਿਹੜੇ ਯੋਧਿਆਂ ਦੇ ਕਰਕੇ ਉਹ ਨਹੀਂ ਕੀਤਾ ਆ, ਅਸੀਂ ਤਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ। ਸਿੱਖ ਕੌਮ ਜਿਹੜਾ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਬੇਅੰਤ ਸਿੰਘ ਉਹਨਾਂ ਦੇ ਜਿਹੜਾ ਅੱਜ ਅਰਦਾਸ ਲਈ ਜਿਹੜੀ ਉੱਥੇ ਕਰਨੀ ਸੀ, ਉੱਥੇ ਕਰਨ ਨਹੀਂ ਦਿੱਤੀ। ਉਸ ਗੱਲ ਦਾ ਦੁੱਖ ਆ। ਜਿਹੜੀ ਸਾਡੀ ਸਿੱਖ ਕੌਮ ਹੈ ਸੋਚ ਸਮਝੇ ਕਿ ਕਦੀ ਵੋਟਾਂ ਨਹੀਂ ਪਾਉਂਦੀ। ਜੇ ਚੰਗੇ ਉੱਥੇ ਪ੍ਰਬੰਧਕ ਅਸੀਂ ਭੇਜਦੇ ਤਾਂ ਅੱਜ ਸਾਡੇ ਯੋਧੇ ਸ਼ਹੀਦ ਦੀ ਜਿਹੜੀ ਅਰਦਾਸ ਆ ਉਹਦੇ ਵਿੱਚ ਉਹ ਵਿਘਨ ਨਾ ਪਾ ਸਕਦੇ। ਸਾਨੂੰ ਸੋਚਣਾ ਚਾਹੀਦਾ ਆ ਕਿ ਕਿਹੋ ਜਿਹਾ ਚੋਰਾਂ ਡਾਕੂਆਂ ਨੂੰ ਮੋਹਰੇ ਲਾਉਂਦੇ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੁਖੀ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਗਿੱਲ ਸਾਹਿਬ, ਤੁਸੀਂ ਹਰਜਿੰਦਰ ਸਿੰਘ ਉਹਨਾਂ ਬਾਰੇ ਦੱਸਿਆ। ਮੈਂ ਇਹਨਾਂ ਦੀ ਇੰਟਰਵਿਊ ਸੁਣੀ ਸੀ ਆਪਣੇ ਐਂਕਰ ਮਨਦੀਪ ਕੌਰ ਸੰਧੂ ਹੋਣਾ ਦੇ, ਆਲਮੋਸਟ ਘੰਟੇ ਤੋਂ ਉੱਤੇ ਵੀ ਹੈਗੀ। ਉਹਦੇ ਵਿੱਚ ਜਿੱਦਾਂ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਦੱਸਿਆ ਹੈਗਾ ਆਪਣੇ ਸਰਪੰਚ ਸਿੰਘ ਬਾਰੇ ਜਾਂ ਬਿਆਨ ਸਿੰਘ ਬਾਰੇ, ਤਾਂ ਉਹ ਤਾਂ ਵਾਕਿਆ ਜੀ ਆਪਣੇ ਉਹੀ ਆਪਣੇ ਯੋਧੇ ਕਰ ਸਕਦੇ ਆ ਜੀ, ਆਪਣੇ ਜਿਨ੍ਹਾਂ ਨੂੰ ਰੱਬ ਵੱਲੋਂ ਹੁਕਮ ਹੁੰਦਾ। ਤੇ ਉਹਦੇ ਵਿੱਚ ਬਾਜ ਦਾ ਵੀ ਜ਼ਿਕਰ ਕੀਤਾ ਹੈਗਾ ਤੇ ਤੁਸੀਂ ਵੀ ਸ਼ਾਇਦ ਇਹਦੇ ਵਿੱਚ ਸੁਣਿਆ ਹੋਇਆ। ਪਰ ਉਹੀ ਗੱਲ ਆ ਵੀ ਆਪਣੇ ਉਹਨਾਂ ਯੋਧਿਆਂ ਨੂੰ ਆਪਾਂ ਸ਼ਰਧਾਂਜਲੀ ਭੇਟ ਕਰਦੇ ਹਾਂ ਜੀ, ਆਪਣੇ ਜਿਨ੍ਹਾਂ ਦਾ ਕਰਕੇ ਮਤਲਬ ਕਿ ਆਪਣੀ ਕੌਮ ਚੜ੍ਹਦੀ ਕਲਾ ਦੇ ਵਿੱਚ ਹੈਗੀ ਹੈ ਜੀ। ਧੰਨਵਾਦ ਜੀ। ਸਾਹਿਬ ਸਿੰਘ ਦਿਓਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਦੇਖੋ, ਇਹ ਤਾਂ ਨੋ ਡਾਊਟ ਸਰਪੰਚ ਸਿੰਘ ਭਾਈ ਬਿਆਨ ਸਿੰਘ ਤੇ ਬੀਬੀ ਸੁਰਿੰਦਰ ਕੌਰ ਇਹ ਬੜੇ ਉੱਚੇ ਕਿਰਦਾਰਾਂ ਦੇ ਮੰਨ ਲਓ। ਇਹਨਾਂ ਨੇ ਉਸ ਤੋਂ ਬਾਅਦ ਵੀ ਜਿਵੇਂ ਇੱਕ ਉਹ ਜਿਹੜਾ ਉਹ ਇਨਸਾਫ ਲੈਣਾ ਅਲੱਗ ਮਸਲਾ, ਪਰ ਇਹਨਾਂ ਦੇ ਵਿੱਚ ਜੇ ਕਰੈਕਟਰ ਦੇ ਵਿੱਚੋਂ ਵੀ ਸੰਸਾਰੀ ਤੌਰ ਤੇ, ਕਿਉਂਕਿ ਮੈਂ ਇਹਨਾਂ ਦੀ ਬੀਬੀ ਸੁਰਿੰਦਰ ਕੌਰ ਹੋਣਾ ਦੀ ਵੀ ਕਾਫੀ ਇਹਨਾਂ ਦੀ ਜੀਵਨੀ ਜਦੋਂ ਪੜ੍ਹਦੇ ਆ ਤੇ ਇੱਕ ਫੋਟੋ ਦੇ ਨਾਲ ਆਨੰਦ ਕਾਰਜ ਕਰਾਉਣੇ ਨਹੀਂ ਤਾਂ ਦੁਨਿਆਵੀ ਇੱਥੇ ਸਮਾਨੀ ਜਿਹੇ ਇਸ਼ਕ ਦੀਆਂ ਉਦਾਹਰਨਾਂ ਹੁੰਦੀਆਂ। ਮੰਨ ਲਓ ਏਦਾਂ ਦੇ ਬਹੁਤ ਘੱਟ ਆ ਸੰਸਾਰ 'ਚ, ਕੋਈ ਉਦਾਹਰਨ ਨਹੀਂ ਇਹਨਾਂ ਦੇ ਬਰਾਬਰ ਮਿਲਦੀ ਜਿਸ ਤਰ੍ਹਾਂ ਇਹਨਾਂ ਦਹਾਨੀ ਮੰਨ ਲਓ ਗੁਰੂ ਨੂੰ ਅੰਗ ਸੰਗ ਹੋ ਕੇ ਇਹਨੇ ਆਨੰਦ ਕਾਰਜ। ਇੱਕ ਮੈਂ ਹੋਰ ਇਹਦੇ ਵਿੱਚ ਦੇਖੋ ਜਿਹੜੇ ਹੁਣ ਸਮਝਣ ਵਾਲੇ ਪੱਖ ਆ ਨਾ, ਜਿਹੜੀ ਇੰਦਰਾ ਗਾਂਧੀ ਦਾ ਕਰੈਕਟਰ ਆ ਉਹ ਇਕੱਲੀ ਇੱਕ ਔਰਤ ਜਾਂ ਪ੍ਰਧਾਨ ਮੰਤਰੀ ਦਾ ਨਹੀਂ ਮੇਰੇ ਖਿਆਲ ਦੇ ਨਾਲ, ਉਹ ਇੱਕ ਇੰਡੀਅਨ ਸਟੇਟ ਦੀ ਮਾਨਸਿਕਤਾ ਆ ਜਿਹੜੇ ਵਿੱਚ ਜਿਹਦਾ ਸਦੀਆਂ ਪੁਰਾਣਾ ਇਤਿਹਾਸ ਆ ਵੀ ਉਹਦੇ ਵਿੱਚੋਂ ਹੀ ਭਾਰਤ ਦਾ ਜਾਨੀ
ਇੱਕ ਧਰਮ ਤੇ ਅਧਾਰਮ ਦੀ ਲੜਾਈ ਹੈ, ਉਹਦੇ ਵਿੱਚੋਂ ਹੀ ਭਾਰਤ ਦਾ ਜਨਮ ਹੁੰਦਾ, ਉਹਦੇ ਵਿੱਚੋਂ ਹੀ 47 ਦਾ ਵਰਤਾਰਾ ਵਾਪਰਦਾ, ਉਹਦੇ ਵਿੱਚੋਂ ਹੀ ਜਦੋਂ ਸਿੱਖ ਮਸਲਿਆਂ ਦੇ ਲਈ ਪੰਜਾਬ ਮੰਗਦੇ ਆ ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਇਹ ਫਿਰਕੂ ਆ, ਏਦਾਂ ਆ ਉਦਾਂ ਆ, ਮੰਨ ਲਓ ਵੀ ਉਹ ਮੰਨ ਲਓ ਸਟੇਟ ਦਿੰਦੀ ਵੀ ਨਹੀਂ, ਤਾਂ ਵੀ ਉਹ ਸਾਡੇ ਲੋਕਾਂ ਦੇ ਵੱਲੋਂ ਸਾਡੇ ਸਿਰ ਹੀ ਗਲਤੀਆਂ ਮੜ ਦਿੱਤੀਆਂ ਜਾਂਦੀਆਂ ਵੀ ਇਹਨਾਂ ਨੇ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਉਹ ਖਿੱਤਾ ਲੈ ਜਾਂ ਕਿੱਦਾਂ, ਜਦੋਂ ਕਿ ਸਪਸ਼ਟ ਤੌਰ ਤੇ ਹੈਗਾ ਵੀ ਸਟੇਟ ਦੇਣਾ ਹੀ ਨਹੀਂ ਚਾਹੁੰਦੀ ਕਿ ਦੂਜੇ ਸੂਬੇ ਬਣ ਰਹੇ। ਉਹ ਮੈਂ ਤਾਂ ਘਟਨਾਵਾਂ ਦਾ ਜ਼ਿਕਰ ਕਰ ਰਿਹਾ ਵੀ ਉੱਥੇ ਹੀ ਜਦੋਂ ਗਾਂਧੀ ਦਾ ਕਤਲ ਕੀਤਾ ਜਾਂਦਾ ਆ ਇੱਕ ਮਰਾਠੇ ਵੱਲੋਂ, ਮੰਨ ਲਓ ਦੂਜਾ ਆਪਣੇ ਉਹਦਾ ਨਾਂ ਕੀ ਗੋਡਸੇ ਵੱਲੋਂ, ਤੇ ਉਦੋਂ ਕਿਸੇ ਮਰਾਠਾ ਕੌਮ ਨੂੰ ਕੋਈ ਏਦਾਂ ਦਾ ਡਰ ਨਹੀਂ ਹੈਗਾ ਵੀ ਤੁਹਾਡੀ ਕੌਮ ਦਾ ਕਤਲ ਕਰ ਦਿੱਤਾ ਜਾਊਗਾ ਜਾਂ ਤੁਹਾਡੇ ਭਾਈਚਾਰੇ ਦਾ। ਜਦੋਂ ਤਾਮਿਲਾਂ ਨੂੰ ਰਾਜੀਵ ਗਾਂਧੀ ਦਾ ਕਤਲ ਕੀਤਾ ਜਾਂਦਾ ਕਿਸੇ ਨੂੰ ਕੋਈ ਡਰ ਨਹੀਂ ਹੈਗਾ ਵੀ ਹਾਂ ਵੀ ਤਾਮਿਲ ਕਮਿਊਨਿਟੀ ਦਾ ਵੱਡੇ ਪੱਧਰ ਤੇ ਹਿੰਦੂ ਕਮਿਊਨਿਟੀ ਦਾ ਕਤਲ ਹੋ ਸਕਦਾ ਆ। ਤੇ ਸਿੱਖਾਂ ਦਾ ਅਕਾਲ ਤਖਤ ਸਾਹਿਬ ਮੰਨ ਲਓ ਢਹਿ ਕਰਨ ਤੋਂ ਬਾਅਦ ਵੀ ਉੱਥੇ ਕਿਸੇ ਨੂੰ ਇਹ ਡਰ ਨਹੀਂ ਹੈਗਾ ਵੀ ਸਿੱਖ ਇਹਨਾਂ ਵਰਗਾ ਵਰਤਾਰਾ ਕਰ ਦੂਗੇ। ਮੰਨ ਲਓ ਕੋਈ, ਉਹ ਸਾਰਿਆਂ ਨੂੰ ਪਤਾ, ਉਦਾਹਰਨ ਆਪਣੇ ਸਾਹਮਣੇ। ਮੇਰਾ ਕਹਿਣ ਤੋਂ ਭਾਵ ਇਹ ਇੱਕ ਕਰੈਕਟਰ ਆ, ਇੱਕ ਮਾਨਸਿਕਤਾ, ਇਹ ਕਹਿ ਦਿੱਤਾ ਜਾਂਦਾ ਜੀ ਧਰਮਾਂ ਦੀ, ਅਸਲ ਧਰਮਾਂ ਦੀ ਨਹੀਂ, ਧਰਮ ਤੇ ਅਧਰਮ ਦੀ ਲੜਾਈ ਆ। ਅਧਰਮ ਜਿਹੜਾ ਇੰਡੀਅਨ ਸਟੇਟ ਦਾ ਕਰੈਕਟਰ ਹੈ ਜਾਂ ਦੁਨੀਆ ਵਿੱਚ ਕਿਤੇ ਵੀ ਵਿਪਰ ਜਿਹੜਾ ਕਰੈਕਟਰ ਇਦਾਂ ਦਾ ਆ, ਉਹ ਆਪਣੇ ਆਪ ਨੂੰ ਬੇਸ਼ੱਕ ਸੈਕੂਲਰ ਕਹਿ ਲਵੇ, ਲਿਬਰਲ ਕਹਿ ਲਵੇ, ਮੰਨ ਲਓ ਜਾਂ ਕੁਛ ਵੀ ਨਾਮ ਦੇ ਲਵੇ, ਧਰਮ ਨਿਰਪੱਖਤਾ, ਅਸਲ ਦੇ ਵਿੱਚ ਉਹ ਝੂਠ ਦਾ ਕਰੈਕਟਰ ਹੁੰਦਾ। ਉਹ ਝੂਠ ਦੇ ਕਰੈਕਟਰ ਦੇ ਵਿਰੁੱਧ ਸਿੱਖਾਂ ਦਾ ਮੇਰੇ ਖਿਆਲ ਨਾਲ, ਜਿੱਦਾਂ ਆਪਾਂ 18ਵੀਂ ਸਦੀ ਦੀਆਂ ਜਾਂ ਗੁਰੂ ਪਾਤਸ਼ਾਹ ਦੇ ਸਮੇਂ ਦੀਆਂ ਗੁਰੂ ਕਾਲ ਦੀਆਂ ਉਦਾਹਰਨਾਂ ਦੇ ਨੇ, ਉਹ ਉਦਾਹਰਨਾਂ ਸਾਡੇ ਬੰਦਿਆਂ ਨੇ ਪ੍ਰਗਟ ਰੂਪ ਵਿੱਚ ਦਿੱਤੀਆਂ। ਤੇ ਮੇਰੇ ਖਿਆਲ ਨਾਲ ਸਾਨੂੰ ਘੱਲੂ ਘਾਰਿਆਂ ਤੇ ਨਸਲ ਕੁਸ਼ੀਆਂ ਦੇ ਨਾਲ ਸਾਨੂੰ, ਠੀਕ ਹੈ ਅਸੀਂ ਢੈਂਦੀ ਕਲਾ ਹੱਲ ਨਹੀਂ ਜਾਂਦੇ, ਪਰ ਉਹਨਾਂ ਨੂੰ ਕਿਸ ਤਰ੍ਹਾਂ ਚੇਤੇ ਕਰਨਾ ਚੜ੍ਹਦੀ ਕਲਾ ਨਾਲ, ਇਹ ਨਾਲੋਂ ਨਾਲ ਹੀ ਚੱਲਦੀਆਂ ਰਹੀਆਂ। ਭਾਵੇਂ ਛੋਟਾ ਘੱਲੂ ਘਾਰਾ ਹੋਵੇ, ਭਾਵੇਂ ਵੱਡਾ ਘੱਲੂ ਘਾਰਾ ਹੋਵੇ, ਉਹਨਾਂ ਦੇ ਵੀ ਦੁਨਿਆਵੀ ਕਾਰਨ ਇਦਾਂ ਦੇ ਬਣਾਏ ਜਾ ਸਕਦੇ ਆ ਵੀ ਨਹੀਂ ਜੇ ਆਹ ਨਾ ਹੁੰਦਾ, ਆਹ ਨਾ ਹੁੰਦਾ। ਮੈਂ ਤਾਂ ਗੱਲ ਕਰਦਾ ਵੀ ਕਈ ਬੰਦੇ ਇੱਥੋਂ ਤੱਕ ਮਾਨਸਿਕ ਤੌਰ ਤੇ ਹੁੰਦੇ ਆ ਵੀ ਉਹ ਆਪਣੇ ਆਪ ਨੂੰ ਵੀ ਇੰਦਰਾ ਦੇ ਕਤਲ ਤੋਂ ਬਾਅਦ ਜੇ ਨਾ ਹੁੰਦਾ ਤਾਂ ਇਦਾਂ ਨਾ ਹੁੰਦੀ। ਇਹ ਮੈਂ ਤਾਂ ਗੱਲਾਂ ਕਰਨਾ ਵੀ ਸਾਨੂੰ ਇਹ ਘਟਨਾਵਾਂ ਨੂੰ ਛੋਟੀਆਂ ਤੇ ਮੰਨ ਲਓ ਘਟਨਾਵਾਂ ਤੱਕ ਨਾ ਸੀਮਿਤ ਕਰੀਏ। ਇਹ ਇੱਕ ਠੀਕ ਹੈ, ਇੱਕ ਵਿਪਰ ਦਾ ਆਪਣਾ ਸਦੀਆਂ ਪੁਰਾਣਾ ਇਤਿਹਾਸ ਹੈ। ਇੱਕ ਸਾਡਾ ਜਿੱਦਾਂ ਉਹ ਇਹ ਕਵੀ ਐਸਨ ਰੰਧਾਵਾ ਹੁਣੀ ਲਿਖਿਆ ਵੀ ਅੱਜ ਬੈਰੀ ਕੱਢ ਵਿਖਾਇਆ 5 ਸਦੀਆਂ ਦਾ ਵੈਰ, ਇਹ ਨਾਲੋਂ ਨਾਲ ਇਦਾਂ ਹੀ ਚੱਲਣਾ ਮੇਰੇ ਖਿਆਲ ਨਾਲ। ਇਹ ਸਦੀਆਂ ਤੱਕ ਠੀਕ ਹੈ, ਸਾਨੂੰ ਆਪਣੇ ਇਸ ਇਤਿਹਾਸ ਤੇ ਮਾਣੇ ਹੋਣਾ ਚਾਹੀਦਾ ਆ, ਜਿਹੜਾ ਉਹਨਾਂ ਦੇ ਭਾਈ ਸਤਵੰਤ ਸਿੰਘ, ਭਾਈ ਬਿਆਨ ਸਿੰਘ ਜਾਂ ਭਾਈ ਸ਼ੇਰ ਸਿੰਘ, ਬੀਬੀ ਸੁਰਿੰਦਰ ਕੌਰ, ਇਹ ਸਾਡੇ ਕੋਲ ਬਹੁਤ ਘੱਟ, ਦੁਨੀਆ ਕੋਲ ਬਹੁਤ ਘੱਟ ਇਹਨਾਂ ਦੀਆਂ ਉੱਚੀਆਂ ਸੱਚੀਆਂ ਉਦਾਹਰਨਾਂ ਆ। ਤੇ ਮੇਰੇ ਖਿਆਲ ਨਾਲ ਸਜਦਾ ਕਰਦੇ ਜੀ ਇਹਨਾਂ ਨੂੰ। ਚਲੋ ਤਾਂ ਕੁਲਵੰਤ ਸਿੰਘ ਜੀ, ਲਾਈਨ ਨੰਬਰ 2। ਹਾਂਜੀ, ਸਤਿ ਸ੍ਰੀ ਅਕਾਲ ਗਿੱਲ ਸਾਹਿਬ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਹਾਂਜੀ, ਅੱਜ ਚੇਤੇ ਕਰ ਰਹੇ ਹਾਂ ਅਸੀਂ ਸਤਵੰਤ ਸਿੰਘ ਤੇ ਬਿਆਨ ਸਿੰਘ ਹੋਣਾ ਨੂੰ, ਜਿਨ੍ਹਾਂ ਨੇ ਕੁਰਬਾਨੀ ਕੀਤੀ ਹੈ। ਤੇ ਜਦੋਂ ਅਸੀਂ ਇੱਥੇ 84 ਦੇ ਵਿੱਚ ਜਦੋਂ ਆਪਣਾ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਨਾ, ਤੇ ਇੰਡੀਆ ਗਵਰਨਮੈਂਟ ਕਾਮਯਾਬ ਹੋ ਗਈ ਸੀ ਕਿ ਸਾਨੂੰ ਅੱਤਵਾਦੀ ਸ਼ੋਅ ਕਰਨ ਲਈ, ਕਿਉਂਕਿ ਸਾਰਾ ਮੀਡੀਆ ਉਹਨਾਂ ਦਾ ਸੀਗਾ, ਕਿਉਂਕਿ ਵੈਸਟਰਨ ਮੀਡੀਆ ਉੱਥੇ ਜਾ ਨਹੀਂ ਸਕਦਾ ਸੀ ਆਪਣੇ ਅੰਮ੍ਰਿਤਸਰ ਦੇ ਵਿੱਚ। ਤੇ ਸਾਨੂੰ ਅੱਤਵਾਦੀ, ਵੱਖਵਾਦੀ, ਈਵਨ ਜਿਹੜੇ ਗੁਰਦੁਆਰਿਆਂ ਦੇ ਪੈਸੇ ਵੀ ਗੋਲਕ ਦੇ ਵਿੱਚ ਸੀਗੇ ਉਹ ਵੀ ਕਹੇ ਨਹੀਂ ਲੁੱਟ ਕੇ ਲੈ ਕੇ ਆਏ ਆ। ਤੇ ਜਿਹੜੀਆਂ ਬਜ਼ੁਰਗ ਬੀਬੀਆਂ ਕਈ ਵਾਰੀ ਕੋਈ ਆਪਣਾ ਮਾੜਾ ਮੋਟਾ ਸੋਨਾ, ਕੰਨਾਂ ਦੀਆਂ ਬਾਲੀਆਂ ਵਗੈਰਾ ਗੋਲਕ ਦੇ ਵਿੱਚ ਪਾ ਜਾਂਦੀਆਂ ਸੀਗੀਆਂ, ਉਹ ਵੀ ਕਿਹਾ ਵੀ ਇਹ ਸੋਨਾ ਲੁੱਟ ਕੇ ਲੈ ਕੇ ਆਏ ਆ। ਇਹਨਾਂ ਨੇ ਸਾਨੂੰ ਬਦਨਾਮ ਕੀਤਾ ਸੀਗਾ। ਤੇ ਜਿਹੜੀਆਂ ਉੱਥੇ ਬੀਬੀਆਂ ਬਾਅਦ ਚ ਸਿੰਘਾਂ ਦੀਆਂ ਪ੍ਰੈਗਨੈਂਟ ਸੀਗੀਆਂ, ਉਹਨਾਂ ਨੇ ਇਹ ਸ਼ੋਅ ਕੀਤਾ ਵੀ ਇਹ ਇਹਨਾਂ ਨੇ ਜ਼ਬਰਦਸਤੀ ਇਹਨਾਂ ਨੂੰ ਮਤਲਬ ਬਾਹਰੋਂ ਲੈ ਕੇ ਆਂਦਾ, ਕਰਕੇ ਉਹ ਸਿੰਘਾਂ ਦੀਆਂ ਵਾਈਫਾਈ ਸੀਗੀਆਂ ਜਿਹੜੇ ਮੁੰਡੇ ਮਾਰੇ ਗਏ। ਸੋ ਇੰਨਾ ਹੀ ਨਹੀਂ ਸਾਨੂੰ ਬਦਨਾਮ ਕੀਤਾ ਸੀਗਾ। ਉਦੋਂ ਬਾਅਦ ਜਦੋਂ ਇੰਦਰਾ ਗਾਂਧੀ ਮਾਰੀ ਗਈ ਤੇ ਜਿਹਨੇ ਬਾਹਰਲੇ ਲੋਕ, ਉਦੋਂ ਫਿਰ ਮਾੜੇ ਜਿਹੇ ਠੰਡ ਹੋਈ ਹਾਂ ਵੀ ਵਾਕਿਆ ਵੀ ਸਾਨੂੰ ਸਾਨੂੰ ਇੰਨਾ ਬਦਨਾਮ ਇਹਨਾਂ ਨੇ ਕੀਤਾ ਸੀਗਾ ਇੰਡੀਆ ਗਵਰਨਮੈਂਟ ਨੇ, ਤੇ ਉਹ ਮਨ ਨੂੰ ਤਸੱਲੀ ਹੋਈ ਆ। ਤੇ ਬਾਕੀ ਉਦੋਂ ਬਾਅਦ ਫਿਰ ਜਿਹੜਾ ਕਤਲੇਆਮ ਦਿੱਲੀ ਦੇ ਵਿੱਚ ਹੋਇਆ ਤੇ ਵੈਸਟਰਨ ਮੀਡੀਆ ਉੱਥੇ ਸੀਗਾ, ਉਹਨੇ ਸਾਰਾ ਕੁਝ ਦਿਖਾ ਦਿੱਤਾ। ਫਿਰ ਗੋਰੇ ਵੀ ਸਮਝਣ ਲੱਗ ਪਏ ਵੀ ਵਾਕਿਆ ਸਿੱਖਾਂ ਨਾਲ ਧੱਕਾ ਹੋਇਆ। ਪਰ ਅਫਸੋਸ ਦੀ ਗੱਲ ਇਹ ਆ, ਸਾਡੇ ਸਿੱਖ ਵਿਕ ਗਏ ਬਾਅਦ ਦੇ ਵਿੱਚ। ਇਹਨਾਂ ਨੇ ਸੁਰਜਨ ਸਿੰਘ ਗਿੱਲ ਇੱਕ ਨਾਂ ਦਾ ਬੰਦਾ ਆਇਆ ਸੀਗਾ, ਉਹ ਮੇਰੇ ਖਿਆਲ ਦੂਜੇ ਧਰਮ ਯੁੱਧ ਮੋਰਚੇ ਵੇਲੇ ਆਇਆ ਸੀ ਇੱਥੇ ਖਾਲਸਾ ਸਕੂਲ ਦੇ ਵਿੱਚ, ਇਸ ਭਾਈ ਕੋਲ ਜਿਹੜਾ ਮਾਰੇ ਸਰੂਪ ਸਾਹਿਬ ਦਾ ਵਗੈਰਾ ਚੱਪਣ ਨੂੰ ਕਹਿੰਦਾ ਹੈਗਾ। ਤੇ ਇਹ ਉਹ ਇੰਨਾ ਜਾਨੀ ਮਤਲਬ ਉਹ ਗਵਰਨਮੈਂਟ ਦਾ ਬੰਦਾ ਸੀ। ਉਹ ਤਾਂ ਹਮੇਸ਼ਾ ਹੀ ਕਹਿੰਦਾ ਸੀ ਅਸੀਂ ਇੱਥੋਂ ਮੁੰਡੇ ਭੇਜ ਰਹੇ ਹਾਂ, ਟ੍ਰੇਨਿੰਗ ਦੇ ਰਹੇ ਹਾਂ ਜੀ। ਉਹ ਈਵਨ ਮਕੰਜੀ ਦਾ ਨਾਂ ਵੀ ਲਿਆ ਹੋਵੇ, ਮਕੰਜੀ ਉੱਥੇ ਟ੍ਰੇਨਿੰਗ ਦੇ ਜਾਂ ਮਕੰਜੀ ਦੀ RCMB ਨੂੰ ਪੁੱਛਿਆ, ਉਹ ਕਹਿੰਦੇ ਕੋਈ ਗੱਲ ਨਹੀਂ ਇੱਥੇ ਲੈਂਡਿੰਗ ਕੋ ਦੇਣੀ। ਸੋ ਇਹੋ ਜਿਹੇ ਗਵਰਨਮੈਂਟਾਂ ਨੇ ਚਾਲਾਂ ਕੀਤੀਆਂ, ਪਰ ਕਿਉਂਕਿ ਇੰਦਰਾ ਗਾਂਧੀ ਦੀ ਕਤਲ ਤੋਂ ਬਾਅਦ ਸਾਰਾ ਕੁਛ ਇੱਥੇ ਦਿਖਾ ਲਈ ਗਏ, ਫਿਰ ਲੋਕਾਂ ਨੂੰ ਸਮਝ ਲੱਗੀ ਵੀ ਹਾਂ ਹੈ ਕੀ ਹੈ। ਥੈਂਕ ਯੂ ਵੈਰੀ ਮਚ ਜੀ। ਧੰਨਵਾਦ ਜੀ ਕੁਲਵੰਤ ਸਿੰਘ ਜੀ।
1:46 ਹੋ ਗਏ। ਸਰਦਾਰ ਠਾਕਰ ਸਿੰਘ ਜੀ, ਲਾਈਨ ਨੰਬਰ 3। ਹੈਲੋ ਜੀ, ਅਰਜੀਤ ਸਿੰਘ ਗੱਲ ਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਧਾਲੀਵਾਲ ਸਾਹਿਬ। ਦੇਖੋ ਜੀ, ਮੈਂ ਪਹਿਲਾਂ ਦਾ ਤਿੰਨੇ ਜਿਹੜੇ ਯੋਧੇ ਹੋਇਆ ਕੌਮ ਦੇ, ਜਿਨ੍ਹਾਂ ਨੇ ਕਲੰਕ ਲਾਹਿਆ, ਬੇਅੰਤ ਸਿੰਘ, ਤਸਵੰਤ ਸਿੰਘ ਤੇ ਕੇਰ ਸਿੰਘ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਆ ਵੀ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੀ। ਜਿਹੜੇ ਪੁਰਾਣੇ ਆਪਣੇ ਸ਼ਹੀਦ ਹੋਏ ਆ ਉਹਨਾਂ ਦੇ ਵਿੱਚ ਨਾਂ ਇਹਨਾਂ ਦਾ ਦਰਜ ਹੋ ਗਿਆ, ਤੇ ਬਾਕੀ ਜਿਹੜੇ ਨਿਰਦੋਸ਼ ਦਿੱਲੀ 'ਚ ਮਾਰੇ ਗਏ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦੇ ਆ। ਅਚਨਚੇਤ ਜਿਹੜਾ ਹਮਲਾ ਹੋਣਾ ਉਹ ਬੰਦਾ ਸੰਭਲਿਆ ਨਹੀਂ ਜਾਂਦਾ, ਜੇ ਪਤਾ ਹੋਵੇ ਤਾਂ ਉਹੋ ਜਿਹਾ ਬੰਦੋਬਸਤ ਗੱਲ ਸਭ ਕਰ ਲੈਂਦੇ ਆ। ਤੇ ਬਾਕੀ ਮੈਂ ਤੁਹਾਨੂੰ ਗੱਲ ਸੁਣਾਉਣਾ ਪੁਰਾਣੀ। ਆਲਮਗੀਰ ਮੰਜੀ ਸਾਹਿਬ ਇਕੱਠ ਹੋਇਆ ਸੀ ਬਹੁਤ ਜ਼ਿਆਦਾ ਜਦੋਂ ਇਹ MP ਚੁਣੇ ਗਏ ਸਿਮਰਜੀਤ ਸਿੰਘ ਮਾਨ ਦੀ। ਉੱਥੇ ਬਾਪੂ ਤਰਲੋਕ ਸਿੰਘ ਵੀ ਆਏ ਸੀਗੇ, ਅਸੀਂ ਉਹਨਾਂ ਦੇ ਦਰਸ਼ਨ ਕੀਤੇ ਤੇ ਬੜਾ ਕੱਦ ਸੀ ਉਹਨਾਂ ਦਾ, ਸੋਡੇ ਜਿੱਡਾ ਕੱਦ ਤੇ ਬੜੇ ਦਲੇਰ ਤੇ ਖੁੱਲੇ ਜੁੱਸੇ ਵਾਲੇ ਸੀ। ਉਹਨਾਂ ਨੇ ਆ ਗੱਲਾਂ ਸਾਰੀਆਂ ਸੁਣਾਈਆਂ ਜਿਹੜੀਆਂ ਆਪਣੇ ਤੁਸੀਂ ਕਲਿੱਪ ਤੇ ਸੁਣਾਈਆਂ, ਤੇ ਉਹ ਕਹਿੰਦੇ ਵੀ ਪਹਿਲੇ ਦਿਨ ਤਾਂ ਸਾਡੇ ਤੇ ਸਖਤੀ ਕੀਤੀ ਪੁਲਿਸ ਨੇ ਜਿਹੜੀ ਕੀਤੀ, ਉਦੋਂ ਬਾਅਦ ਸਾਡੇ ਤੇ ਕੋਈ ਸਖਤੀ ਨਹੀਂ ਕੀਤੀ ਤੇ ਫੌਜ ਦੇ ਪ੍ਰਬੰਧ ਕਰਤੇ। ਫਿਰ ਉਹਨਾਂ ਨੇ ਘਰੇ ਨਜ਼ਰਬੰਦ ਵਾਂਗੂ ਜਾਣੀ ਫੌਜ ਰਹੀ ਦਾਲੇ, ਉਹਨਾਂ ਦਾ ਘੇਰਾ ਰੱਖਿਆ ਫੌਜ ਦਾ, ਤੇ ਕੋਈ ਉਹ ਕਹਿੰਦੇ ਸਾਡੇ ਨਾਲ ਕਿਸੇ ਨੇ ਕੋਈ ਸਖਤੀ ਨਹੀਂ ਕੀਤੀ ਤੇ ਅਸੀਂ ਆਉਂਦੇ ਜਾਂਦੇ ਰਹੇ। ਗਿੱਲ ਸਾਹਿਬ ਉਹਨਾਂ ਜ਼ੋਰ ਲਾਇਆ ਸੀ ਉਦੋਂ ਵੀ ਤੁਸੀਂ ਇੱਥੇ ਚੋਣ ਲੜੋ ਗੁਰਦਾਸਪੁਰ ਤੋਂ। ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਚੋਣ ਲੜਨੀ, ਅਸੀਂ ਤਾਂ ਜਿਹੜਾ ਕੰਮ ਕਰ ਗਿਆ ਬੇਟਾ ਉਹ ਠੀਕ ਆ ਵੀ ਉਹਦਾ ਅਸੀਂ ਤਾਂ ਗਾਂ ਤੁਹਾਡਾ ਸਾਥ ਦੇਵਾਂਗੇ ਸਾਰਿਆਂ ਦਾ। ਤੇ ਉਦੋਂ ਬੇਅੰਤ ਸਿੰਘ ਦਾ ਜਿਹੜਾ ਪਿਤਾ ਜੀ ਸੀ ਸੁੱਚਾ ਸਿੰਘ ਮਲੋਆ ਬਠਿੰਡੇ ਤੋਂ ਜਿੱਤੇ, ਉਹ ਵੀ ਆਏ ਸੀਗੇ। ਬੀਬੀ ਬਿਮਲ ਖਾਲਸਾ ਵੀ ਆਏ, ਉਹਨਾਂ ਦਾ ਵੀ ਬਹੁਤ ਵਧੀਆ ਭਾਸ਼ਣ ਸੀਗਾ। ਤੇ ਉਹ ਸਾਰੀਆਂ ਗੱਲਾਂ ਸੁਣੀਆਂ ਤੇ ਬਹੁਤ ਆਪਾਂ ਸਤਿਕਾਰ ਕਰਦੇ ਆ ਉਹਨਾਂ ਦਾ, ਯੋਧਿਆਂ ਦਾ। ਤੇ ਗਿੱਲ ਸਾਹਿਬ ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਲੈ ਕੇ ਆਏ ਆ ਪ੍ਰੋਗਰਾਮ, ਕੋਈ ਲੈ ਕੇ ਨਹੀਂ ਆਉਂਦਾ। ਅੱਜ ਕਈਆਂ ਨੇ ਇੰਦਰਾ ਗਾਂਧੀ ਅੰਨੀ ਨੂੰ ਉਹਦਾ ਪ੍ਰੋਗਰਾਮ ਦੇਣਾ ਵੀ ਉਹ ਆਏ ਸੀ, ਜੋ ਸੀ ਚੱਲ ਜਿਵੇਂ ਮਰਜ਼ੀ ਸੀਗੀ ਜੀ ਉਹ, ਪਰ ਅਸੀਂ ਤਾਂ ਆਪਦੇ ਯੋਧਿਆਂ ਨੂੰ ਯਾਦ ਕਰਨਾ। ਗਿੱਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਬਸ ਆਪਣੀ ਤਸਵੀਰ ਹੈ, ਜਿਹਨੇ ਆਪਣੀ ਜਿਹੜਾ ਵੀ ਕਰਨਾ ਉਹ ਕਰੇ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਸਭ ਠੀਕ ਨੇ। ਸਾਨੂੰ ਇਹ ਸਾਡੇ ਲਈ ਹੁਣ ਆਉਣ ਵਾਲੇ ਦਿਨ ਨੇ ਜਿਹੜੇ ਨਵੰਬਰ ਦੇ ਪਹਿਲੇ ਹਫ਼ਤੇ ਦੇ, ਜਿਹੜਾ ਦਿੱਲੀ ਦੇ ਵਿੱਚ ਜਿਹੜਾ ਕੁਝ ਹੋਇਆ, ਇੱਕ ਨਾ ਹਰ ਸਾਲ ਜਿਹੜੀ ਨਵੀਂ ਜਾਣਕਾਰੀ ਆ ਰਹੀ ਹੈ ਨਾ, ਉਹਦਾ ਬਹੁਤ ਫਰਕ ਹੈ। ਇਹਨੇ ਸਾਰਾ ਕੁਝ ਚੇਂਜ ਕੀਤਾ। ਐਮਓ ਮਾਠੇ ਸੀ ਨਹਿਰੂ ਦਾ ਸੈਕਟਰੀ, ਤੇ ਉਹਦੇ ਨਾਲ ਇੰਦਰਾ ਦੇ ਸੰਬੰਧ ਸੀ ਸਰੀਰਕ। ਤੇ ਇੰਦਰਾ ਗਾਂਧੀ ਨੇ ਜੀਵਨੀ ਇੰਦਰਾ ਗਾਂਧੀ ਦੇ ਬਾਰੇ ਉਸਨੇ ਬੜਾ ਕੁਝ ਲਿਖਿਆ, ਤੇ ਜਿਹਦੇ ਵਿੱਚ ਮਾਠੇ ਨੇ ਦੱਸਿਆ ਵੀ ਕਿਸ ਤਰ੍ਹਾਂ ਦੀ ਉਹ ਸਮਾਂ ਸੀ, ਕਿਸ ਤਰ੍ਹਾਂ ਉਹ ਰਹਿੰਦੀ ਸੀ, ਕਿਸ ਤਰ੍ਹਾਂ। ਬਹੁਤ ਵੱਡੀ ਖਬਰ ਹੈ ਇਹ, ਜੇ ਤੁਸੀਂ ਇਹਨੂੰ ਜਾਓਗੇ ਗੂਗਲ ਤੇ, ਇੰਦਰਾ ਗਾਂਧੀ ਟੂ ਨਹਿਰੂ ਸੈਕਟਰੀ ਮਾਠੇ, ਤੇ ਉਹਦੇ ਵਿੱਚ ਉਸਨੇ ਦੱਸਿਆ ਹੋਇਆ ਵੀ ਕਿਸ ਤਰ੍ਹਾਂ ਮੈਂ ਸੈਕਟਰੀ ਬਣਿਆ ਤੇ ਕਿਸ ਤਰ੍ਹਾਂ ਸਾਡੇ ਸੰਬੰਧ ਹੋਏ, ਕਿਸ ਤਰ੍ਹਾਂ ਫਿਰ ਫਿਰੋਜ਼ ਗਾਂਧੀ ਉਹਦੀ ਜ਼ਿੰਦਗੀ 'ਚ ਆਇਆ, ਵਿੱਚ ਧਰਿੰਦਰ ਬਰਮਚਾਰੀ ਦੀ ਗੱਲ ਜੀ ਤੁਰਦੀ ਹੈ, ਤੇ ਧਰਿੰਦਰ ਬਰਮਚਾਰੀ ਦੀਆਂ ਗੱਲਾਂ ਪੰਜਾਬੀਆਂ 'ਚ ਵੀ ਬਹੁਤ ਨੇ, ਬਈ ਗੜਬਾ ਦੁੱਧ ਦਾ ਉਹ ਕਿਵੇਂ ਪੀਂਦਾ ਸੀ। ਤੇ ਸੋ ਇਹ ਬੜਾ ਬਹੁਤ ਕੁਝ ਹੁਣ ਨਵਾਂ ਨਿਕਲ ਕੇ ਆ ਰਿਹਾ। ਆ ਜਿਹੜੀਆਂ ਗੱਲਾਂ ਤੁਹਾਨੂੰ ਸੁਣਾਈਆਂ, ਬਾਬੂ ਤਰਲੋਕ ਸਿੰਘ ਆਪਣਾ ਏਰੀਆ ਨਹੀਂ, ਉਹਨਾਂ ਨੂੰ ਮਿਲਣੀ। ਬਜ਼ੁਰਗ ਬਹੁਤ ਚੜ੍ਹਦੀ ਕਲਾ ਦੇ ਵਿੱਚ ਰਹੇ ਨੇ, ਉਹ ਜੰਕਾਰੇ ਮਜੈਲ ਕਹਿੰਦੇ ਨੇ, ਫਿਰ ਜੰਕਾਰੇ ਛੜਾਏ ਫਿਰ ਅਖੀਰ ਦੇ ਵਿੱਚ। ਤਕੜਾ ਇੰਨਾ ਸੀ, ਕਦੇ ਸਰਦਾਰ ਸਤਵੰਤ ਸਿੰਘ ਰੀੜ੍ਹ ਦੀ ਹੱਡੀ ਦੀ ਗੋਲੀ ਇੱਕ ਵਿੱਚ ਰਹਿ ਗਈ, ਜਿਹਨੂੰ ਦੱਬਦੇ ਸੀ, ਨੱਪਦੇ ਸੀ, ਮਾਰ ਮਾਰ ਕੇ ਡੰਡ ਜੇਲ੍ਹ ਦੇ ਸੈੱਲ ਦੇ ਵਿੱਚੋਂ ਕੱਢ ਕੇ ਬਾਹਰ ਮਾਰੀ, ਘਿਓ ਚਲੇ ਗਿਆ ਅੰਦਰ, ਸਰੀਰ ਚਲ ਗਿਆ, ਕਾਇਮ ਹੋ ਗਿਆ, ਸੁੱਚਮ ਕਰਤੀ। ਤਕੜੇ ਕਹਿੰਦਾ ਬਹੁਤ ਦਰਸ਼ਨੀ ਸੀ, ਪੱਟ ਤੇ ਦੌਲੇ ਤੇ ਮੋਢੇ ਗੁਰੂ ਹਨੂਮਾਨ ਦੇ ਅਖਾੜੇ ਚੋਂ ਤਕੜੇ ਹੁੰਦੇ। ਗੱਲ ਕਿੱਥੋਂ ਕਿੱਥੇ ਚਲੇ ਗਈ। ਮਰਨਾ
ਜਿਹੜੇ 50 ਸਾਲ ਤੋਂ ਟੱਪ ਜਾਂਦੇ ਨੇ ਉਹਨੂੰ 2015 ਸਾਲ 20 ਸਾਲ ਨੂੰ ਮਰ ਜਾਣਾ। ਹੁਣ ਤੋਂ ਹੀ ਕਾਦਾ ਲੱਗਣ ਲੱਗਦਾ ਤੇ 20 ਸਾਲ ਹਲੇ ਕਾਦਾ ਹੈ। ਮੌਤ ਮੂਹਰੇ ਵੇਖ ਕੇ ਤੇ ਫੇਰ ਲਾਲੀ ਫੜਨੀ ਤੇ ਲੱਡੂ ਜਿਹੜੇ ਨੇ ਉਹ ਲੋਕਾਂ ਦੇ ਮੂੰਹ ਮਿੱਠੇ ਕਰਾਉਣੇ, ਇਹ ਕੌਮ ਦੇ ਯੋਧਿਆਂ ਦੇ ਕਿਸੇ ਦੇ ਹੱਥ ਆਉਂਦੇ। ਹਰਜਿੰਦਰ ਸਿੰਘ ਜਿੰਦੇ ਤੇ ਭਾਈ ਸੁਖਦੇਵ ਸਿੰਘ ਸੁੱਖੇ ਦੇ ਤੇ ਸ਼ਹੀਦ ਸਤਵੰਤ ਸਿੰਘ ਦੇ। ਇਹ ਬਹੁਤ ਔਖਾ ਹੈ ਫਾਂਸੀ ਤੇ ਚੜ੍ਹਨਾ, ਫਾਂਸੀ ਤੇ ਦਾ ਰੱਸਾ ਗਲ ਚ ਪਾਉਣਾ, ਆਪ ਕਹਿਣਾ। ਤਾਂ ਵਿਰੋਧੀਆਂ ਨੂੰ ਵੀ ਇਹ ਤਾਂ ਗੱਲ ਮੰਨਣੀ ਪੈਣੀ ਹੈ ਤੇ ਇੰਨਾ ਨਹੀਂ ਸੌਖਾ ਇਹ ਕੰਮ ਤੁਰਨਾ। ਤੇ ਕਿਸੇ ਲਈ ਆਪਣਾ ਨਿੱਜ ਤਾਂ ਕੁਛ ਹੈ ਨਹੀਂ, ਅੱਖਾਂ ਮਿਜਣੀਆਂ ਨੇ, ਟੱਬਰ ਉੱਜੜ ਜਾਣਾ। ਕੁਰਬਾਨੀਆਂ ਜਿਹੜੀਆਂ ਉਹ ਹੁਣ ਇਤਿਹਾਸ ਦੇ ਵਿੱਚ ਪਈਆਂ ਨੇ। ਕੌਮ ਇਤਿਹਾਸ ਨੂੰ ਦਾਗੀ ਨਹੀਂ ਨਾ ਹੋਣ ਦੇਣਾ ਚਾਹੁੰਦੀ। ਜਿੱਥੋਂ ਹੁਣ ਉਹ ਜਿਹੜਾ 238 ਸਾਲਾਂ ਦਾ ਮਨੁੱਖਤਾ ਨੂੰ ਸਮਰਪਿਤ ਹੈ, ਫਿਰ ਤਾਂ ਜਦ ਇਹਨਾਂ ਨੂੰ ਵੇਖਦੇ ਆ ਫਿਰ ਤਾਂ ਨੌਵੇਂ ਪਾਤਸ਼ਾਹ ਨੂੰ ਤੇ ਹੱਥੀ ਉਸ ਕੁਦਰਤ ਦਾ ਕਾਦਰ ਮਾਲਕ ਆਪ 4 ਪੁੱਤ ਹੱਥੀ ਮਾਰਨੇ। ਇਹ ਗੱਲਾਂ ਕਿਤੇ ਇਹ ਕਹਿਣੀਆਂ ਹੀ ਸੌਖੀਆਂ ਨੇ। ਬੁੱਢੀ ਮਾਂ ਜਦੋਂ ਦਾ ਸੇਵਾ ਦਾ ਸਮਾਂ ਸੀ ਤੇ ਉਹਨੂੰ ਕਿਹੜਿਆਂ ਹਾਲੀ ਜਿਹੜਾ ਝੁੱਗੀਆਂ ਦੇ ਵਿੱਚ ਝੌਂਪੜੀਆਂ ਦੇ ਵਿੱਚ ਉਮੇ ਮਾਸ਼ਕੀ ਤੇ ਚੜੀ ਸਰਸਾ ਤੇ ਕਿਤੇ ਸੌਖਾ ਹੈ। ਉਹ ਪਿੰਡ ਦਾ ਸਰਾਣਾ ਲਾ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸਾਹਮਣੇ ਪੁੱਤ ਸ਼ਹੀਦ ਹੁੰਦੇ, ਚਮਕੌਰ ਦੀ ਗੜੀ 'ਚ ਜਾ ਕੇ ਪਿੰਡ ਦਾ ਸਰਾਣਾ ਲਾ ਕੇ ਕਹਿਣਾ ਵੀ ਯਾਰੜੇ ਦਾ 70 ਚੰਗਾ, ਖੇੜਿਆਂ ਦਾ ਭੱਠ ਹੈ ਸਾਡਾ ਰਹਿਣਾ। ਉਹਦੇ ਬਾਅਦ ਉਹ ਕਿਤੇ ਤਵਾਰੀਖਾਂ ਖਤਮ ਥੋੜਾ ਹੋਈਆਂ 1708 ਤੋਂ ਬਾਅਦ, ਜਦ ਨਰੰਗੇ ਨੇ ਜਾਂ ਵਜੀਦੇ ਨੇ ਖਤਮ ਕੀਤੇ, ਸ਼ਹੀਦ ਕੀਤੇ 4 ਪੁੱਤ ਸਾਹਿਬਜ਼ਾਦੇ। ਕਿਤੇ ਪਤਾ ਸੀ ਵੀ ਦੱਖਣ ਤੋਂ ਚੜ੍ਹ ਕੇ ਆਉ ਨੇਰੀ ਬਾਬਾ ਬੰਦਾ ਸਿੰਘ ਬਹਾਦਰ ਦੀ। ਤੇ ਬਣਿਆ ਕੀ ਫਿਰ? ਪੁੱਠਾ ਲਮਕਾ ਕੇ ਫਲਾਹ ਦੇ ਨਾਲ ਉੱਪਰੋਂ ਥੱਲੇ ਨੂੰ ਖੱਲ ਲਾਤੀ ਸੀ, ਨੱਥ ਪਾ ਕੇ ਸੁੱਚੇ ਆਨੰਦ ਦੇ ਨੱਕ 'ਚ ਤੇ ਧੂਹੀ ਫਿਰਦੇ ਸੀ ਉਹਨੂੰ ਫਤਿਹਗੜ੍ਹ ਸਾਹਿਬ ਸਰਹੰਦ। ਕਿਤੇ ਪਤਾ ਲੱਗਦਾ ਟਾਇਰੈਂਟ ਜਿਹੜਾ ਹੈ ਮਾਰਨ ਵਾਲਾ ਹੈ, ਉਹ ਕਿਤੇ ਉਹਨੂੰ ਲੱਗਦਾ ਹੁੰਦਾ ਵੀ ਮੈਨੂੰ ਕੋਈ ਮਾਰ ਦੂ ਪਰ ਉਹ ਨਹੀਂ ਹੈ। ਉਹਦੀ ਤਾਂ ਲਿਖਤ ਹਾਰ ਉਦੋਂ ਸ਼ੁਰੂ ਹੋਏ ਨੇ ਜਦੋਂ ਜ਼ੁਲਮ ਕਰਨਾ। ਇੱਥੇ ਵੀ ਜਿਹੜੇ ਪਿੱਠ ਦੇ ਵਿੱਚ ਸ਼ੁਰਾ ਕੌਮ ਦੇ ਮਾਰਦੇ ਨੇ, ਉਹਨਾਂ ਨੂੰ ਲੱਗਦਾ ਹੈ ਟੁੱਕੜ ਬੋਚਿਆਂ ਨੂੰ ਕਿ ਅਸੀਂ ਕੌਮ ਦੇ ਘਾਤਕ ਹੋ ਕੇ ਤੇ ਖੁਸ਼ੀ ਦੀ ਜ਼ਿੰਦਗੀ ਕੱਢ ਲਓਗੇ। ਭੁੱਲ ਜਾਓ ਤੁਸੀਂ, ਤਾਂ ਜਿਹੜਾ ਕੁਛ ਕਰਨਾ ਤਾਂ ਮੂਹਰੇ ਆਉਣਾ ਹੀ ਆਉਣਾ। ਤਾਂ ਇਹ ਇਸੇ ਤਰ੍ਹਾਂ ਹੀ 1708 ਤੋਂ ਲੈ ਕੇ ਉਸ ਬਾਅਦ 10 ਸਾਲ ਦੇ ਰਾਜ ਤੋਂ ਬਾਅਦ 1720 ਤੋਂ 1800 ਤੱਕ 80 ਸਾਲ 1849 ਤੱਕ 1800 ਤੱਕ ਸੱਚ 80 ਸਾਲ ਕਿਹੜੇ ਹਾਲੀ ਕੌਮ ਨਿਕਲੀ ਆ। ਸਿਰਾਂ ਦੇ ਮੁੱਲ ਤੇ ਖੋਪੜੀਆਂ ਲਹੀਆਂ ਤੇ ਪਰ ਕੀ ਜਿਹੜੇ ਨੇ ਪਹਿਰੇ ਲੱਗਣੋਂ ਹਟ ਗਏ, ਕੀ ਬਾਜ ਉੱਡਣੋਂ ਹਟ ਗਏ? ਨਹੀਂ, ਸਿਰਾਂ ਦੇ ਮੁੱਲ ਪਏ ਨੇ। ਗਰਜਾ ਸਿੰਘ ਬੋਤਾ ਸਿੰਘ ਕਹਿੰਦਾ ਕਿੱਧਰ ਲਈ ਜਾਂਦੇ ਹੋ, ਫੜਾ ਕੇ ਜਾਓ ਇੱਥੇ ਟਕਾ, ਜਾਂ ਕਹਿ ਦੀ ਜਾ ਕੇ ਜਦ ਆਪਣੇ ਨੂੰ ਲਾਹੌਰ ਵਾਲੇ ਨੂੰ ਵੀ ਤੇਰਾ ਜੀਜਾ ਹੈ ਇਹ। ਸੋ ਇਹ ਮੱਸੇ ਰੰਗੜ ਹੋਣੀ ਤੇ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਜਦ ਸਾਰਾ ਕੁਝ ਢਾਹਤਾ ਤੇ ਅਸੀਂ ਨਚਾਉਂਦੇ ਹਾਂ ਕੰਜਰੀਆਂ। ਤੇ ਸੁੱਖਾ ਸਿੰਘ ਮਹਿਤਾਬ ਸਿੰਘ ਹੁਣੀ ਕਿੱਥੋਂ ਆ ਗਏ? ਕਿਤੇ ਇੱਕ ਘਟਨਾ ਥੋੜਾ ਹੋਈ ਹੈ। ਅੱਧੀ ਕੌਮ ਇੱਕ ਘੱਲੂ ਘਾਰੇ ਸ਼ਹੀਦ ਹੋਇਆ, ਵੀ ਕੌਮ ਮੁੱਕ ਗਈ। ਹੁਣ ਵੀ ਜਿੱਦਣ ਆਪਾਂ ਬੈਠ ਕੇ ਨਾਵਾਚਕ ਗੱਲਾਂ ਕਰਦੇ ਨੇ, ਪੱਟੇ ਗਏ ਜੀ, ਆਹ ਹੋ ਗਿਆ ਤੇ ਆਹ ਹੋ ਗਿਆ ਤੇ ਇਹ ਹੋ ਗਿਆ, ਇਸ ਤਰ੍ਹਾਂ ਪੱਟ ਹੁੰਦੀਆਂ ਨੇ ਕੌਮਾਂ, ਕਿਸੇ ਦੇ ਖਾਦਿਆਂ ਖਾ ਹੁੰਦੀਆਂ ਕੌਮਾਂ। ਵਿਸ਼ਵਾਸ ਤੁਹਾਨੂੰ ਆਪਣਾ ਚਾਹੀਦਾ, ਗੁਰੂ ਤੇ ਚਾਹੀਦਾ। ਤੇ ਬੱਚੀਆਂ ਦੇ ਸਿਰ ਵੱਢ ਕੇ ਜੂੜੇ ਕਰ ਕੇ ਜਾ ਕੇ ਉਹ ਪੇਸ਼ ਹੁੰਦੇ ਰਹੇ ਲਾਹੌਰ ਦਰਬਾਰ ਤੇ। ਪਰ ਨਹੀਂ ਗੱਲ ਬੜੀ ਜਿਹੜੀ ਹੋਣੀ ਹੈ। ਜ਼ਕਰੀਆ ਕਹਿੰਦਾ ਸੀ ਵੀ ਮੈਂ ਤਾਂ ਖੋਪੜੀ ਲਾ ਕੇ ਭਾਈ ਤਾਰੂ ਸਿੰਘ ਦੀ ਆ ਪਈ ਆ, ਤਰਵਾਲ ਨਹੀਂ ਲਾਉਂਦਾ, ਕਹਿੰਦਾ ਖੋਪੜੀ ਲਾ ਦੋ। ਬੰਨ ਪੈ ਗਿਆ। ਸੱਦਿਆ ਆ ਕੇ ਕਹਿੰਦੇ ਕੀ ਕਰੋਗੇ? ਜਿਹੜਾ ਹੋ ਬੈਠਾ ਅੰਦਰ, ਜਿਹਨੇ ਅਰਦਾਸ ਕਰਤੀ ਵੀ ਤੈਨੂੰ ਮੂਹਰੇ ਲਾ ਕੇ ਲੈ ਜਾਣਾ, ਉਹਦੀ ਜੁੱਤੀ ਸਿਰ 'ਚ ਮਰਾ ਲਾ ਤੇ ਤੈਨੂੰ ਤੁਪਕਾ ਆ ਜੂ। ਤੇ ਜੁੱਤੀਆਂ ਹੀ ਸਿਰ 'ਚ ਮਰਵਾਈਆਂ ਮੁੜ। ਇਹ ਜਿਹੜੀਆਂ ਤਾਰੀਖਾਂ ਤੇ ਇਹਨਾਂ ਨੂੰ ਜੇ ਤੁਸੀਂ ਪਿੱਠ ਕਰੋਗੇ ਜਾਂ ਤੁਹਾਨੂੰ ਲੱਗੂ ਬਿਨਾ ਹੁਣ ਪਹਿਲਾਂ ਅਸੀਂ ਹੁਣ ਮੁੱਕ ਗਏ,
ਜੇ ਗੁਰੂ ਗ੍ਰੰਥ ਸਾਹਿਬ ਜਿਹੜੇ ਚਵਰ ਤੱਕ ਦੇ ਮਾਲਕ ਸਿੰਘਾਸਨ ਤੇ ਜਦ ਤੱਕ ਬੈਠੇ ਨੇ ਕੌਮ ਨਹੀਂ ਮੁੱਕ ਸਕਦੀ। ਹਾਂ ਇਹ ਹੈ ਬਈ ਟੋਡੀ ਤਾਂ ਜਦ ਵੀ ਸੀ, ਜਦ ਵੀ ਨਾਲ ਹੀ ਸੀ, ਸਰਕਾਰੀ ਸਿੱਖ ਕਿਤੇ ਜਦ ਨਹੀਂ ਸੀ ਹੈਗੇ, ਜਦ ਵੀ ਸੀ ਨਾਲ ਹੀ, ਨਾਲ ਪੈਰ ਨੱਪਦੇ ਤੁਰੇ ਫਿਰਦੇ ਸੀ, ਸੁੱਚੇ ਵਜੀਦੇ ਉਹ ਨਹੀਂ ਜਿੱਥੇ ਨਾਲ ਹੀ ਫਿਰਦੇ ਸੀ। ਪਰ ਉੱਥੇ ਹੀ ਸੁੱਖਾ ਸਿੰਘ ਮਹਿਤਾਬ ਸਿੰਘ ਹੁਣ ਵੀ ਉੱਥੇ ਹੀ ਸੀ, ਭਾਈ ਤਾਰੂ ਸਿੰਘ ਹੋਣੀ ਵੀ ਉੱਥੇ ਸੀ, ਬਾਬਾ ਤਾਰਾ ਸਿੰਘ ਵਾਹ ਵੀ ਉੱਥੇ ਸੀ, ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਜਿਹੜਾ ਆਲੂ ਵਾਲੀ ਸਰਦਾਰ ਵੀ ਉੱਥੇ ਸੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਉੱਥੇ ਸੀ। ਅਖੀਰ ਚ ਜਦੀ ਵੀ ਦੀ ਇੱਕ ਦਾਸਤਾਂ ਪੁੱਤ ਸਰਦਾਰਾਂ, ਰੱਬ ਰਾਖਾ ਧੰਨ।